ते शिवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 529 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਹਾਂ ਅਤੇ ਅੱਜ ਇੱਕ ਨਵਾਂ ਐਪੀਸੋਡ 530 ਨੰਬਰ ਲੈ ਕੇ ਮੁੜ ਤੋਂ ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਪਸੰਦ ਕਰਦੇ ਨੇ। ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਜਿੱਥੇ ਵੀ ਸੰਗਤ ਟੈਲੀਵਿਜ਼ਨ ਦੀ ਆਵਾਜ਼ ਪਹੁੰਚ ਰਹੀ ਹੈ, ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਦਿੰਦੇ ਹਨ। ਵੈਸੇ ਵੀਰ ਜੀ ਨੂੰ ਤਾਂ ਹੁਣ ਸਾਰੀ ਸੰਸਾਰ ਭਰ ਦੀ ਸੰਗਤ ਚੰਗੀ ਤਰ੍ਹਾਂ ਜਾਣਦੀ ਹੋਵੇਗੀ, ਕਿਉਂਕਿ ਇਹਨਾਂ ਨੇ ਗੁਰਮਤ ਵਾਸਤੇ, ਸਿੱਖ ਫਲਸਫੇ ਵਾਸਤੇ ਬਹੁਤ ਹੀ ਕਿਤਾਬਾਂ ਲਿਖੀਆਂ ਹੋਈਆਂ ਹਨ। ਵੈਸੇ ਸੰਗਤ ਟੈਲੀਵਿਜ਼ਨ ਦੇ ਪ੍ਰੈਜ਼ੈਂਟਰ ਵੀ ਹਨ ਅਤੇ ਇੱਕ ਮਾਸਿਕ ਪੱਤਰਿਕਾ ਜਿਹੜੀ ਕਿ ਬਹੁਤ ਲੰਬੇਰੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਚੱਲ ਰਹੀ ਹੈ, ਉਹਦੇ ਇਹ ਸੰਪਾਦਕ ਵੀ ਹਨ। ਸਾਹਿਬ ਜਿਹੜਾ ਮੈਗਜ਼ੀਨ ਆ ਉਹਨੂੰ ਇਹ ਪ੍ਰਕਾਸ਼ਿਤ ਵੀ ਕਰਦੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਕੁ ਐਪੀਸੋਡ ਵਿੱਚ ਵੀਰ ਜੀ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਈ ਕਿ ਕਲਗੀਧਰ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੱਖਣ ਦੇਸ਼ ਵੱਲ ਨੂੰ ਜਾ ਰਹੇ ਸੀ ਅਤੇ ਉਹਨਾਂ ਦੇ ਰਸਤੇ ਵਿੱਚ ਜਿੱਥੇ ਵੀ ਉਹਨਾਂ ਨੂੰ ਕਹਿੰਦੇ ਕਿ ਸਮੇਂ ਦੇ ਮੁਤਾਬਕ ਕਹਿ ਦਿਓ, ਹਾਲਾਤ ਦੇ ਮੁਤਾਬਕ ਕਹਿ ਦਿਓ, ਜਿੱਥੇ ਵੀ ਉਹਨਾਂ ਨੂੰ ਠਹਿਰਾਅ ਕਰਨਾ ਪਿਆ ਉਹਨਾਂ ਨੇ ਉੱਥੇ ਠਹਿਰੇ, ਰੁਕੇ ਅਤੇ ਜੋ ਵੀ ਉੱਥੇ ਉਸ ਸਮੇਂ ਦੇ ਵਿੱਚ ਵਾਪਰਿਆ ਤੁਸੀਂ ਸੰਗਤਾਂ ਦੇ ਨਾਲ ਸਾਂਝਾ ਕੀਤਾ। ਅੱਜ ਦਾ ਸਵਾਲ ਹੈ ਕਿ ਸਤਿਗੁਰੂ ਜੀ ਨੇ ਉੱਥੇ ਸਤਿਗੁਰੂ ਜੀ ਵਿਦਵਾਨ ਮਹੰਤ ਜੈਤ ਸਾਹਿਬ ਨੂੰ ਕਲਗੀਧਰ ਪਾਤਸ਼ਾਹ ਜੀ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਨਾਂ ਨੂੰ ਮਿਲੇ ਅਤੇ ਉਸਨੇ ਆਪਣਾ ਜਿਹੜਾ ਸੀ, ਜਿਸ ਧਰਮ ਨੂੰ ਉਹ ਮੰਨਦਾ ਸੀ, ਜਿਸ ਲਾਈਨ ਦੇ ਵਿੱਚ ਉਹ ਲੱਗਾ ਹੋਇਆ ਸੀ, ਅਹਿੰਸਾ ਪਰਮੋ ਧਰਮ ਜਿਹੜਾ ਸੀ, ਉਹਦੇ ਬਾਰੇ ਸਤਿਗੁਰੂ ਜੀ ਨਾਲ ਉਹਨੇ ਵਿਚਾਰ ਵਟਾਂਦਰਾ ਕੀਤਾ। ਉਹਨੇ ਦੱਸਿਆ ਕਿ ਸਾਡੇ ਵਿੱਚ ਜਿਹੜੀ ਲਾਈਨ ਸਾਡੀ ਆ ਉਹ ਚੰਗੀ ਹੈ, ਅਤੇ ਉਹਦਾ ਸਤਿਗੁਰੂ ਜੀ ਨਾਲ ਵਿਚਾਰ ਵਟਾਂਦਰਾ ਹੋਇਆ। ਕਲਗੀਧਰ ਪਾਤਸ਼ਾਹ ਨੇ ਉਸ ਨੂੰ ਕੀ ਸਮਝਾਉਣੀ ਕੀਤੀ ਅਤੇ ਗੁਰਮਤਿ ਦਾ ਕੀ ਉਪਦੇਸ਼ ਦਿੱਤਾ, ਇਹਦੇ ਬਾਰੇ ਸੰਗਤਾਂ ਦੇ ਨਾਲ ਤੁਸੀਂ ਜਿਹੜੀ ਆ ਜ਼ਰੂਰ ਸਾਂਝ ਪਾਓ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਚੱਲਦਾ ਇਤਿਹਾਸ ਤੇ ਉਹਦੀ ਲੜੀ ਜੋੜੀ ਤੁਸੀਂ ਪਿਛਲੇ ਐਪੀਸੋਡ 'ਚ ਜਿਵੇਂ ਆਪਾਂ ਦੱਸਿਆ ਹੀ ਸੀਗਾ, ਉਹਦਾ ਤੁਸੀਂ ਜ਼ਿਕਰ ਕੀਤਾ ਜੀ ਕਿ ਦਾਦੂ ਦੁਆਰੇ ਦਾ ਮਹੰਤ ਵਿਦਵਾਨ ਸੀ, ਜੀਵਨ ਵਾਲਾ ਸੀਗਾ, ਇਸ ਕਰਕੇ ਉਹਨੂੰ ਜੈਤ ਸਾਹਿਬ ਕਹਿ ਕੇ ਯਾਦ ਕੀਤਾ ਜਾਂਦਾ ਸੀਗਾ ਜੀ। ਦੁਨੀਆ ਭਰ ਤੋਂ ਉਹਦੇ ਦੁਆਰੇ ਤੇ ਲੋਕ ਆਉਂਦੇ ਸੀ। ਹਾਂਜੀ, ਸਿੱਖਿਆ ਲੈਣ ਲਈ, ਮੁਕਤੀ ਲੈਣ ਦੇ ਲਈ, ਵਿੱਦਿਆ ਲੈਣ ਦੇ ਲਈ। ਤੇ ਉਹ ਸਤਿਗੁਰੂ ਜੀ ਨੂੰ ਆ ਕੇ ਜਦੋਂ ਦਰਸ਼ਨ ਕਰਨ ਆਇਆ, ਕਿਉਂਕਿ ਵਿਦਵਾਨ ਸੀ, ਆਲੇ ਦੁਆਲੇ ਦਾ ਜਾਣੂ ਸੀਗਾ, ਉਹਨੂੰ ਪਤਾ ਸੀ ਗੁਰੂ ਨਾਨਕ ਦੀ ਗੱਦੀ ਤੇ ਆ ਬਹੁਤ ਵੱਡੀ ਗੱਲ ਆ। ਨਮਸਕਾਰ ਵੀ ਕੀਤੀ, ਪਰ ਆਪਣੀ ਵਿਚਾਰਧਾਰਾ ਦੇ ਤੌਰ ਤੇ ਗੱਲਬਾਤ ਵੀ ਕੀਤੀ, ਜਿਹੜੀ ਕਿ ਉਹਨਾਂ ਦਿਨਾਂ 'ਚ ਆਮ ਹੀ ਹੁੰਦੀ ਸੀ। ਗਿਆਨ ਗੋਸ਼ਟ, ਤੁਹਾਡਾ ਪੂਰਾ ਸਤਿਕਾਰ ਰੱਖ ਕੇ ਇੱਕ ਦੂਜੇ ਨਾਲ ਗੱਲ ਕਰ ਰਹੇ, ਉਹਨੂੰ ਕਹਿੰਦੇ ਗਿਆਨ ਗੋਸ਼ਟ, ਵਿਚਾਰ ਗੋਸ਼ਟੀ ਕਹਿ ਲਓ, ਇਹ ਬਹਿਸ ਨਹੀਂ। ਹਾਂਜੀ, ਬਿਲਕੁਲ ਵਿਚਾਰ ਗੋਸ਼ਟੀ। ਉਹਦੇ ਨਾਲ ਏਦਾਂ ਹੁੰਦਾ ਵੀ ਜੇ ਤੇਰਾ ਮਤ ਚੰਗਾ ਤਾਂ ਮੈਂ ਮੰਨ ਲੈਂਦਾ, ਭਾਈ ਆਪਣੇ ਆਪ ਨੂੰ ਖੁੱਲ੍ਹਾ ਰੱਖ, ਏਦਾਂ ਸੀ ਜੀ। ਗੁਰੂ ਨਾਨਕ ਸਾਹਿਬ ਨੇ ਬਹੁਤ ਗੋਸ਼ਟੀਆਂ ਕੀਤੀਆਂ, ਗੁਰੂ ਗੋਬਿੰਦ ਸਿੰਘ ਤੱਕ ਇਹ ਸਾਰੀਆਂ ਗੋਸ਼ਟੀਆਂ ਚੱਲੀਆਂ, ਬਾਅਦ 'ਚ ਵੀ ਚੱਲਦੀਆਂ ਰਹੀਆਂ ਸਿੱਖਾਂ ਦੇ ਨਾਲ ਗੋਸ਼ਟੀਆਂ ਜਿਹੜੀਆਂ। ਅੱਜ ਉਹ ਰਿਵਾਜ ਥੋੜਾ ਘਟ ਗਿਆ। ਅੱਜ ਅਸੀਂ ਬਹਿਸ ਕਰਦੇ ਹਾਂ, ਅਸੀਂ ਗੋਸ਼ਟੀ ਨਹੀਂ ਕਰਦੇ। ਅਸੀਂ ਕਿਸੇ ਨੂੰ ਨੀਵਾਂ ਦਿਖਾਉਣ ਲਈ ਉਹਨੂੰ ਮਾੜੇ ਸ਼ਬਦਾਂ ਨਾਲ ਬੋਲਦੇ ਹਾਂ। ਜੇ ਗੋਸ਼ਟੀ ਕਰਦੇ ਹੋਈਏ, ਜੇ ਅਸੀਂ ਵਿਚਾਰ ਚਰਚਾ ਕਰਦੇ ਹੋਈਏ, ਸਿੱਖ ਸੰਪਰਦਾਵਾਂ ਆਪਸ ਵਿੱਚ ਕਰਦੀਆਂ ਹੋਣ ਵਿਚਾਰ ਚਰਚਾ, ਇਕੱਠੀਆਂ ਹੋ ਕੇ ਬੈਠਦੀਆਂ ਹੋਣ ਕਿ ਤੂੰ ਵੀ ਗੁਰੂ ਦਾ ਸਿੱਖ ਤੇ ਮੈਂ ਵੀ ਗੁਰੂ ਦਾ ਸਿੱਖ, ਕਿਤੇ ਮੇਰੇ 'ਚ ਊਨਤਾ ਹੀ ਰਹਿ ਗਈ, ਕੋਈ ਗੱਲ ਨਹੀਂ, ਤੂੰ ਮੈਨੂੰ ਦੱਸ ਦੇ, ਜੇ ਕਿਤੇ ਤੇਰੇ 'ਚ ਹੈਗੀ ਮੈਂ ਦੱਸ ਦਿੰਦਾ, ਤੇ ਉਹਦੇ ਨਾਲ ਦੋਨੇ ਦਾ ਜੀਵਨ ਉੱਚਾ ਹੁੰਦਾ। ਬਿਲਕੁਲ। ਪਰ ਜਦੋਂ ਬਹਿਸ ਕਰਨ ਲੱਗ ਪਓ, ਦੋਨੇ ਥੱਲੇ ਡਿੱਗ ਪੈਂਦੇ। ਤੁਹਾਡੀ ਜ਼ੁਬਾਨ ਦੇ ਵਿੱਚ ਗਾਲੀ ਗਲੋਚ ਆ ਗਿਆ, ਤੁਹਾਡੀ ਜ਼ੁਬਾਨ 'ਚ ਮਾੜੇ ਸ਼ਬਦ ਆ ਗਏ ਜੀ, ਆ ਗਏ, ਤੇ ਉਹਨਾਂ ਨੇ ਤੁਹਾਡੇ ਅੰਦਰ ਤੱਕ ਅਸਰ ਕਰਨਾ ਹੀ ਕਰਨਾ ਆ। ਅਸਲ 'ਚ ਅੰਦਰ ਮਾੜਾ ਹੁੰਦਾ ਤਾਂ ਹੀ ਮਾੜੇ ਸ਼ਬਦ ਨਿਕਲਦੇ ਆ, ਨਹੀਂ ਤਾਂ ਨਿਕਲਦੇ ਨਹੀਂ ਛੇਤੀ ਕੀਤਾ। ਉਹਨੇ ਆ ਕੇ ਗੱਲ ਕਹੀ, ਆਪਾਂ ਪਿਛਲੇ ਐਪੀਸੋਡ ਜ਼ਿਕਰ ਕੀਤਾ ਸੀਗਾ ਅਹਿੰਸਾ ਪਰਮੋ ਧਰਮ ਦਾ, ਤੁਸੀਂ ਜਿਹੜੀ ਗੱਲ ਕਹੀ ਆ, ਉਹਨੇ ਕਿਹਾ ਸੀਗਾ ਕਿ ਦਾਦੂ ਸਮਾਂ ਵਿਚਾਰ ਕੇ ਕੱਲ ਕਾ ਲੀਜੇ ਭਾਏ, ਜੇ ਕੋ ਮਾਰੇ ਢੀਮੇਟ ਲੀਜੇ ਸੀਸ ਚੜਾਏ, ਕਿ ਜੇ ਤੁਹਾਨੂੰ ਇੱਟਾਂ ਦੀ
ਐਨਸੋ ਪਰਮਾ ਧਰਮਾਂ ਦੀ ਇੱਥੇ ਤੱਕ ਜੀ ਵੀ ਸਾਡੇ ਜਿਹੜਾ ਮੁਰਸ਼ਿਦ ਆ ਦਾਦੂ ਉਹਨੇ ਦੱਸੀ ਆ ਹਾਂਜੀ ਕਿ ਜੇ ਤੈਨੂੰ ਇੱਟਾਂ ਢੀਮਾਂ ਵੀ ਮਾਰਦਾ ਹੋਵੇ ਤੇ ਤਾਂ ਵੀ ਉਹਦੇ ਮੇਰੇ ਸਿਰ ਝੁਕਾ ਦੇਣਾ। ਜੀ 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 ਇੰਤਹਾ ਹੋ ਗਈ। ਤੇ ਸਤਿਗੁਰੂ ਕਹਿੰਦੇ ਨਹੀਂ, ਸਮਾਂ ਬਦਲ ਗਿਆ। ਜਦੋਂ ਅਸੀਂ ਧਰਮ ਯੁੱਧ ਸ਼ੁਰੂ ਕੀਤਾ, ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤੀ, ਸਤਿਗੁਰੂ ਨੇ ਕਿਹਾ ਹੁਣ ਜੈਤ ਦਾਸ ਆਪਣੇ ਜੈਤ ਸਾਹਿਬ ਉਹਦਾ ਨਾਮ ਸੀ, ਜੈਤ ਦਾਸ ਸਤਿਗੁਰੂ ਕਹਿ ਰਿਹਾ ਹੈ ਬਈ ਤੂੰ ਹੁਣ ਆਪਣੀ ਇਹ ਗੱਲ ਬਦਲ ਦੇ ਆਪਣੇ ਦੀ। ਉਹ ਜਿਹੜੀ ਸਮਾਂ ਉਦੋਂ ਸੀ ਜਦੋਂ ਕਦੇ ਅਹਿੰਸਾ ਪਰਮੋ ਧਰਮਾਂ ਨਾਲ ਆਪਸ ਵਿੱਚ ਗੱਲ ਕਰਨੀ ਹੋਵੇ, ਜਦੋਂ ਕਦੇ ਵਿਦਵਾਨਾਂ 'ਚ ਗੱਲ ਕਰਨੀ, ਉਦੋਂ ਗੱਲ ਠੀਕ ਹੈ, ਗਲਤ ਨਹੀਂ ਹੈਗੀ ਹਾਂਜੀ 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 ਕਿ ਸ਼ਬਦਾਂ ਦੇ ਵਾਰ ਨੂੰ ਵੀ ਜਰ ਲੈਣਾ ਚਾਹੀਦਾ। ਜੀ 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 ਪਰ ਜਦੋਂ ਧਰਮ ਯੁੱਧ ਛੇੜਿਆ ਹੋਵੇ, ਜਦੋਂ ਜ਼ਾਲਮਾਂ ਜਾਬਰਾਂ ਨਾਲ ਵਿਦੇਸ਼ੀ ਧਾੜੀਆਂ ਨਾਲ ਵਾਹ ਪਿਆ ਹੋਵੇ, ਜਦੋਂ ਲੁਟੇਰਿਆਂ ਨਾਲ ਵਾਹ ਪਿਆ ਹੋਵੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰ ਚਰਚਾ ਕੀ ਹੁੰਦੀ ਆ, ਤੇ ਉਦੋਂ ਫਿਰ ਦਾਦੂ ਸਮਾਂ ਵਿਚਾਰ ਕੇ ਕਲ ਕਾ ਲੀਜੇ ਭਾਏ, ਜੇ ਕੋ ਮਾਰੇ ਢੀਮਟ ਪੱਥਰ ਹਣੇ ਰਸਾਏ, ਤੇ ਢੀਮ ਮਾਰਨ ਵਾਲਿਆਂ ਨੂੰ ਪੱਥਰ ਮਾਰੋਗੇ ਤਾਂ ਉਹਨਾਂ ਦਾ ਮੂੰਹ ਭੱਜੇਗਾ। ਗੁਰਬਾਣੀ ਨੇ ਵੀ ਗੱਲ ਕੀਤੀ, ਆਪਾਂ ਪਿਛਲੇ ਗੱਲ ਕੀਤੀ ਸੀ, ਮੂਰਖ ਗੰਢ ਪਵੇ ਮੂੰਹ ਮਾਰ। ਸਤਿਗੁਰੂ ਨੂੰ ਸਮਝਾਉਣੀ ਕੀਤੀ ਕਿ ਦੁਸ਼ਟ ਨੂੰ ਜਦ ਤੱਕ ਦੂਣੇ ਹੋ ਕੇ ਨਹੀਂ ਟੱਕਰਦੇ, ਹਾਂਜੀ ਉਦ ਤੱਕ ਦੁਸ਼ਟ ਜਿਹੜਾ ਆਪਣੇ ਪੈਰ ਪਿੱਛੇ ਨਹੀਂ ਪਾਉਂਦਾ। ਦੁਸ਼ਟਾਂ ਨੂੰ ਸੋਧਣ ਦੇ ਲਈ ਹਥਿਆਰਾਂ ਦੀ ਲੋੜ ਹੁੰਦੀ, ਤਾਂ ਅਸੀਂ ਤਾਂ ਹਥਿਆਰ ਚੱਕੇ ਹੋਏ ਆ। ਜੀ। ਇਹ ਸਾਡੇ ਜਿਹੜੇ ਕਿਉਂਕਿ ਹਥਿਆਰ ਆ, ਸਮੇਂ ਦੀ ਲੋੜ ਸੀ ਬਿਲਕੁਲ ਇਹ ਸਾਡੇ ਜਿਹੜੇ ਹਥਿਆਰ ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ। ਦੇ ਵੇਲੇ ਤੋਂ ਲੈ ਕੇ ਅਸੀਂ ਹਥਿਆਰ ਪਕੜੇ ਆ। ਤੇ ਇਹ ਹਥਿਆਰ ਹੈਗੇ ਗਰੀਬ ਦੀ ਰੱਖਿਆ, ਜਰਵਾਨੇ ਦੀ ਪੱਛਾ। ਗਰੀਬ ਦੀ ਰੱਖਿਆ, ਜਰਵਾਨੇ ਦੀ ਪੱਛਾ। ਜਰਵਾਨੇ ਨੂੰ ਦੰਡ ਦੇਣ ਲਈ ਤੇ ਗਰੀਬ ਗੁਰਬੇ ਦੀ ਰੱਖਿਆ ਕਰਨ ਦੇ ਲਈ ਇਹ ਅਸੀਂ ਫੜਿਆ ਆ, ਹਾਂਜੀ ਹਥਿਆਰ ਫੜਿਆ। ਹਾਂਜੀ ਤੇ ਸਾਡੇ ਜਾਣੀ ਕਿ ਦਾਦਾ ਜੀ ਦਾਦਾ ਗੁਰੂ ਜੀ, ਹਰਗੋਬਿੰਦ ਹਾਂਜੀ। ਸਾਹਿਬ, ਗੁਰੂ ਗੋਬਿੰਦ ਸਿੰਘ ਸਾਡੇ ਦਾਦਾ ਜੀ ਫੜ ਗਿਆ ਸੀ, ਉਦੋਂ ਤੋਂ ਲੈ ਕੇ ਹਥਿਆਰ ਅਸੀਂ ਫੜੇ ਹੋਏ ਆ। ਇਹ ਤੇ ਇਹ ਨਹੀਂ ਕਿ ਅਸੀਂ ਹਥਿਆਰਾਂ ਨਾਲ ਕਿਸੇ ਨਾਲ ਜ਼ਿਆਦਤੀ ਕੀਤੀ ਹੋਵੇ, ਪਰ ਹਥਿਆਰਾਂ ਨਾਲ ਵੀ ਰੱਖਿਆ ਕੀਤੀ ਆ, ਹਥਿਆਰਾਂ ਨਾਲ ਵੀ ਦਇਆ ਕੀਤੀ ਆ। ਜਿਨ੍ਹਾਂ ਦੀਆਂ ਇੱਜ਼ਤਾਂ ਲੁੱਟ ਹੋਈਆਂ ਸੀ ਉਹਨਾਂ ਦੀਆਂ ਇੱਜ਼ਤਾਂ ਬਚਾਈਆਂ, ਜਿਨ੍ਹਾਂ ਗਰੀਬਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਨੂੰ ਲੁੱਟਣ ਤੋਂ ਬਚਾਇਆ, ਜੀ। ਜਿਨ੍ਹਾਂ ਨੂੰ ਕੁੱਟਿਆ ਜਾ ਰਿਹਾ ਸੀ ਉਹਨਾਂ ਨੂੰ ਕੁੱਟਣ ਤੋਂ ਬਚਾਇਆ। ਔਰ ਇਹੋ ਜਿਹੀਆਂ ਉਦਾਹਰਨਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ 'ਚ ਬਹੁਤ ਮਿਲਦੀਆਂ। ਆਪਾਂ 2-4 ਦਾ ਜ਼ਿਕਰ ਵੀ ਕੀਤਾ ਪਿੱਛੇ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਹੁਣੀ ਛਡਾ ਕੇ ਲਿਆਉਂਦੇ ਆ ਬ੍ਰਾਹਮਣ ਔਰ ਹਾਂਜੀ, ਆਪਾਂ ਉਹ ਜੀ ਬਸੀ ਬਦਾਨ ਨਾਲ ਆਪਾਂ ਜ਼ਿਕਰ ਵੀ ਕੀਤਾ, ਇਹ ਦੁਬਾਰਾ ਨਹੀਂ ਕਰਨਾ। ਜੀ ਸੋ ਸਤਿਗੁਰੂ ਨੇ ਕਿਹਾ ਵੀ ਇਹ ਗੱਲ ਅਸੀਂ ਨਹੀਂ ਕੀਤੀ। ਜੇ ਤੂੰ ਕਹੇ ਕਿ ਗੱਲ ਨਵੀਂ ਆ, ਹਾਂਜੀ ਨਵੀਂ ਵੀ ਨਹੀਂ, ਵੈਸੇ ਸਾਡੇ ਦਾਦੇ ਨੇ ਹਥਿਆਰ ਫੜਿਆ, ਜੀ ਪਰ ਉਦੋਂ ਪਹਿਲਾਂ ਤੂੰ ਪੂਰੀ ਭਾਰਤੀ ਸੰਸਕ੍ਰਿਤੀ ਦੇਖ ਲਾ, ਜੀ ਜੀ ਜਿਹਦਾ ਤੂੰ ਦਾਵਾ ਕਰਦਾ ਕਿ ਤੁਸੀਂ ਭਾਰਤੀ ਸੰਸਕ੍ਰਿਤੀ ਨੂੰ ਲੈ ਕੇ ਤੁਰਦੇ ਆ ਐਂਸਾ, ਕਿਤੇ ਉਹ ਭਾਰਤੀ ਸੰਸਕ੍ਰਿਤੀ ਦਾ ਆਦ ਸੱਚ ਦੇਖ, ਪੁਰਾਤਨ ਜਿੱਥੋਂ ਸ਼ੁਰੂ ਹੁੰਦੀ ਆ। ਜੀ 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 ਉੱਥੇ ਸਤਿਗੁਰੂ ਕਹਿੰਦੇ ਦੇਖ, ਉੱਥੇ ਜਿੰਨੇ ਅਵਤਾਰ ਆ ਸਾਰਿਆਂ ਨੇ ਹਥਿਆਰ ਫੜਿਆ, ਹਾਂਜੀ ਭਾਵੇਂ ਉਹ ਵਿਸ਼ਨੂੰ ਹੋਵੇ ਜੀ ਤੇ ਭਾਵੇਂ ਉਹ ਸ਼ਿਵਜੀ ਹੋਵੇ, ਭਾਵੇਂ ਉਹ ਰਾਮ ਹੋਵੇ ਤੇ ਭਾਵੇਂ ਉਹ ਕ੍ਰਿਸ਼ਨ ਹੋਵੇ, ਜੀ ਯਾਨੀ ਕਿ ਹਰ ਇੱਕ ਦੇ ਕੋਲ ਹਥਿਆਰ ਆ। ਜੀ ਜੀ ਸ਼ਿਵਜੀ ਦਾ ਹਥਿਆਰ ਆਪਾਂ ਜਾਣਦੇ, ਤਰਸੂਲ ਆ, ਮਸ਼ਹੂਰ ਆ। ਹਾਂਜੀ ਹਾਂਜੀ ਵਿਸ਼ਨੂੰ ਦਾ ਜਿਹੜਾ ਹੈ ਚੱਕਰ, ਚੱਕਰ ਹਾਂਜੀ ਫਿਰ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ, ਜੀ ਜੀ ਫਿਰ ਰਾਮ ਦਾ ਤੀਰ ਕਮਾਨ। ਜੀ ਔਰ ਸਤਿਗੁਰੂ ਨੇ ਕਿਹਾ ਵੀ ਜਿਹੜੇ ਜਦੋਂ ਵੀ ਜ਼ਾਲਮਾਂ ਦਾ ਨਾਸ਼ ਕਰਨਾ ਪਿਆ, ਜਦੋਂ ਵੀ ਜ਼ਬਰ ਵਧਿਆ ਆ, ਉਦੋਂ ਤੋਂ ਲੈ ਕੇ ਇੱਥੋਂ ਤੱਕ ਜਿਹੜੀ ਪੁਰਾਣੀ ਸੰਸਕ੍ਰਿਤੀ ਆ ਉਹਦੇ ਵਿੱਚ ਤਾਂ ਔਰਤਾਂ ਨੇ ਵੀ ਹਥਿਆਰ ਚੱਕਿਆ। ਚੰਡੀ ਨੇ, ਦੁਰਗਾ ਦੀ ਸਤਿਗੁਰੂ ਨੇ ਉਦਾਹਰਨ ਦਿੱਤੀ, ਚੰਡੀ ਦੁਰਗਾ ਸਾਰੀ ਉਹਨਾਂ ਨੇ ਦੈਂਤਾਂ ਦਾ ਨਾਸ਼ ਕੀਤਾ। ਜਿੱਥੇ ਜਿੱਥੇ ਦੈਂਤਾਂ ਦਾ ਨਾਸ਼ ਕਰਨ ਦੀ ਲੋੜ ਪਈ ਆ, ਉੱਥੇ ਔਰਤਾਂ ਨੇ ਵੀ ਹਥਿਆਰ ਚੱਕੇ। ਤੇ ਅਸੀਂ ਉਹ ਸਾਰਾ ਕੁਝ, ਇਹ ਜਿਹੜਾ ਤੁਹਾਡਾ ਸੁੱਤਾ ਹੋਇਆ ਮਨੁੱਖ ਸੀ, ਜਿਹੜਾ ਐਨਸੋ ਪਰਮੋ ਧਰਮਾਂ ਦਾ ਬੇਲੋੜਾ ਪ੍ਰਚਾਰ ਸੀ, ਉਹਨੂੰ ਕੱਟਣ ਦੇ ਲਈ ਸੀ ਅਸੀਂ ਸਾਰਾ ਕੁਝ ਦੱਸਣ ਦੇ ਲਈ ਕਿ ਤੁਸੀਂ ਆਪਣੀ ਸੰਸਕ੍ਰਿਤੀ ਨਾਲੋਂ ਆਸ ਸੱਚ ਨਾਲ ਟੁੱਟ ਗਏ ਆ। ਅਸੀਂ ਉਹ ਦੁਬਾਰਾ ਉਹ ਸੰਸਕ੍ਰਿਤੀ ਲਿਖਿਆ ਸੀ, ਭੁੱਲ ਚੁੱਕੇ ਸੀਗੇ। ਅਸੀਂ ਉਹਨਾਂ ਨੂੰ ਹਿੰਦੀ ਬੋਲੀ 'ਚ, ਹਿੰਦਕੀ ਬੋਲੀ 'ਚ, ਬ੍ਰਿਜ ਭਾਸ਼ਾ 'ਚ, ਗੁਰਮੁਖੀ 'ਚ ਵੀ ਉਹਦੇ ਲੱਥੇ ਵੀ ਕਰਵਾਏ ਆ ਤੇ ਕੀਤੇ ਆ। ਸਤਿਗੁਰੂ ਨੇ ਰਾਮਾਇਣ ਦਾ ਕੀਤਾ ਰਾਮ ਅਵਤਾਰ ਦੇ ਰੂਪ 'ਚ, ਜੀ ਤੇ ਮਹਾਭਾਰਤ ਦਾ ਕੀਤਾ ਕ੍ਰਿਸ਼ਨ ਅਵਤਾਰ ਦੇ ਰੂਪ 'ਚ, ਮਾਰਕੰਡੇ ਪੁਰਾਣ ਦਾ 8ਵਾਂ ਅਧਿਆਇ ਚੰਡੀ ਦੀ ਵਾਰ ਦੇ ਰੂਪ ਦੇ ਵਿੱਚ ਸਤਿਗੁਰੂ ਨੇ ਕਿਹਾ ਵੀ ਅਸੀਂ ਉਹ ਇਸੇ ਕਰਕੇ ਕੀਤੀ ਆ। ਤੇ ਸਤਿਗੁਰੂ ਨੇ ਉਹਨਾਂ ਨੂੰ ਉਹ ਸਾਰੀ ਜਿਹੜੀ ਪੁਰਾਣੀ ਸਲਤਨਤ, ਤੁਸੀਂ ਕਹਿੰਦੇ ਵੀ ਪੁਰਾਣੀ ਸੰਸਕ੍ਰਿਤੀ ਜਿਹੜੀ ਸੀਗੀ, ਉਹ ਕਹਿੰਦੀ ਸੀ ਐਨਸੋ ਪਰਮੋ ਧਰਮਾਂ, ਅਸੀਂ ਤਾਂ ਪੁਰਾਣੀ ਸੰਸਕ੍ਰਿਤੀ ਦੀ ਉਦਾਹਰਣੀ ਦੇ ਰਹੇ ਹਾਂ। ਜੀ ਸੋ ਸਤਿਗੁਰੂ ਨੇ ਉਹਨੂੰ ਇਹ ਗੱਲ ਜਿਹੜੀ ਸਾਰੀ ਸਮਝਾਤੀ ਕਿ ਜੇ ਹੁਣ ਭਾਰਤੀ ਸੰਸਕ੍ਰਿਤੀ ਦੇ ਉੱਤੇ ਬਾਹਰ ਵਿਦੇਸ਼ੀ ਧਾੜਵੀ ਆ ਗਏ ਆ, ਇਹਦਾ ਨਾਸ ਹੋ ਰਿਹਾ ਹੈਗਾ, ਉਹ ਤੁਹਾਡਾ ਧਰਮ ਬਦਲੀ ਜਾ ਰਿਹਾ, ਤੁਹਾਡਾ ਮਜ਼ਹਬ ਬਦਲੀ ਜਾ ਰਿਹਾ, ਤੁਹਾਡੀਆਂ ਸਾਰੀਆਂ ਕਦਰਾਂ ਕੀਮਤਾਂ ਖਤਮ ਕੀਤੀਆਂ ਜਾ ਰਹੀਆਂ, ਤੁਹਾਡਾ ਸੱਭਿਆਚਾਰ ਲੁੱਟਿਆ ਜਾ ਰਿਹਾ ਆ, ਤੁਹਾਡੇ ਗ੍ਰੰਥਾਂ ਦਾ, ਤੁਹਾਡੇ ਮੰਦਰਾਂ ਦਾ, ਤੁਹਾਡੇ ਧਾਰਮਿਕ ਅਦਾਰਿਆਂ ਦਾ ਜੇ ਖਾਤਮਾ ਹੋ ਰਿਹਾ ਆ, ਤੇ ਫਿਰ ਜੇ ਹੁਣ ਨਹੀਂ ਹਥਿਆਰ ਚੱਕਣੇ ਤੇ ਫਿਰ ਕਦੋਂ ਚੁੱਕਣੇ? ਹਾਂਜੀ ਹਾਂਜੀ ਜਨਤਾ ਵਰਗੇ ਲੋਕ ਆ ਚੁੱਕੇ ਆ। ਜੀ ਸੋ ਸਤਿਗੁਰੂ ਜੀ ਨੇ ਉਹਨੂੰ ਕਿਹਾ, ਨਾਲੇ ਸਤਿਗੁਰੂ ਨੇ ਸਮਝਾਉਣੀ ਕੀਤੀ ਵੀ ਜਿਹੜਾ ਐਨਸੋ ਪਰਮੋ ਧਰਮ ਵਾਲਾ ਤੁਹਾਡਾ ਫਲਸਫਾ ਨਾ ਜਿਹੜਾ ਤੁਸੀਂ ਲੈ ਕੇ ਤੁਰੇ ਆ, ਹਾਂਜੀ ਹਾਂਜੀ ਇਹਦਾ ਬੇਲੋੜਾ ਪ੍ਰਚਾਰ ਜਿਹੜਾ ਹੋਇਆ, ਜੀ ਹਿੰਸਾ ਮਾੜੀ ਨਹੀਂ ਚਾਹੀਦੀ, ਹਾਂਜੀ। ਮਾੜੀ ਨਹੀਂ ਜੀ ਜੀ ਚਾਹੀਦੀ ਆ। ਆ ਹਾਂਜੀ
ਪਰ ਬੇਲੋੜੀ ਨਹੀਂ ਚਾਹੀਦੀ, ਬੇਲੋੜੀ ਚੀਜ਼ ਕੋਈ ਵੀ ਮਾੜੀ ਆ। ਜੀ ਜੀ ਜੀ। ਬੇਲੋੜੇ ਹਥਿਆਰ ਚੱਕਣੇ ਵੀ ਮਾੜੇ ਤੇ ਬੇਲੋੜੀ ਅਹਿੰਸਾ ਵੀ ਮਾੜੀ। ਹਾਂਜੀ। ਜਦੋਂ ਕਿਤੇ ਤੁਸੀਂ ਨਾ ਐਵੇਂ ਕਿਸੇ ਗੱਲ ਤੋਂ ਜੀ ਮੁੱਦਾ ਵੀ ਕੋਈ ਨਾ ਹੋਵੇ ਤੇ ਉਦੋਂ ਤੁਸੀਂ ਲੜੀ ਜਾਓ, ਜਿੱਦ ਬਹਿਸ ਬਣਾਈ ਕਰੀ ਜਾਓ, ਜਾਓ, ਹਾਂਜੀ, ਜਦਜੀ ਬਣਾ ਲੜਾਈ ਲਓ, ਜਾਓ, ਹਾਂਜੀ। ਉਹਨੂੰ ਫਿਰ ਅਸੀਂ ਅਣਖ ਨਹੀਂ ਕਹਿ ਸਕਦੇ। ਜੀ ਜੀ। ਜਦੋਂ ਮੁੱਦੇ ਤੇ ਖੜੇ ਹੋਵੋ ਉਦੋਂ ਗੈਰਤ ਦੀ ਗੱਲ ਹੁੰਦੀ ਆ। ਤੇ ਸਤਿਗੁਰੂ ਜੀ ਨੇ ਉਹ ਸਿਧਾਂਤ ਦੀ ਗੱਲ ਉਹਦੇ ਨਾਲ ਸਮਝਾਈ, ਉਹਨੂੰ ਕਿਹਾ ਤੇ ਨਾਲ ਉਹਨੂੰ ਸਮਝਾਉਣੀ ਕੀਤੀ। ਦੇਖ ਪੂਰੇ ਹਿੰਦੁਸਤਾਨ ਦਾ ਇਤਿਹਾਸ ਦੇਖ, ਹਾਂਜੀ। ਹਿੰਦੁਸਤਾਨ ਦੀ ਗੁਲਾਮੀ ਦੇ ਕਾਰਨ ਦੇਖ। ਜੀ ਇਹ ਭਾਰਤ ਦੇ ਵਿੱਚ ਕਿੰਨਾ ਵੱਡਾ ਦੇਸ਼ ਸੀ, ਭਾਰਤੀ ਮਹਾਦੀਪ, ਜਿੱਥੇ ਤੁਹਾਡੀ ਸਾਰੀ ਭਾਰਤੀ ਸੰਸਕ੍ਰਿਤੀ, ਭਾਰਤੀ ਸਭਿਅਤਾ ਨੱਚਦੀ ਸੀ। ਈਰਾਨ, ਇਰਾਕ ਤੱਕ ਜਾ ਕੇ ਜਾਣੀ ਕਿ ਪੂਰਾ ਪ੍ਰਭਾਵ ਕਬੂਲਦੇ ਸੀ। ਜੀ ਜੀ ਜੀ। ਪੂਰਾ ਅਰਬ ਪ੍ਰਭਾਵ ਕਬੂਲਦਾ ਹੁੰਦਾ ਸੀ। ਈਰਾਨ, ਇਰਾਕ ਤੱਕ ਜਾ ਕੇ ਭਾਰਤੀ ਉਪ ਮਹਾਦੀਪ ਦੀਆਂ ਜਿਹੜੀਆਂ ਇਹ ਹੱਦਾਂ ਸਰਹੱਦਾਂ ਲੱਗਦੀਆਂ ਸੀ। ਅਫਗਾਨਿਸਤਾਨ ਇਹਦਾ ਹਿੱਸਾ ਹੋਇਆ ਕਰਦਾ ਸੀ, ਜਿਹੜਾ ਅੱਜ ਅਫਗਾਨਿਸਤਾਨ ਵੱਖਰਾ ਦੇਸ਼ ਆ। ਔਰ ਉੱਥੇ ਤੱਕ ਦੇਖੋ ਪੂਰੀ ਸੰਸਕ੍ਰਿਤੀ ਫੈਲੀ ਹੋਈ ਸੀਗੀ। ਜੀ। ਪਰ ਜਿਹੜਾ ਅਹਿੰਸਾ ਦਾ ਬੇਲੋੜਾ ਫਲਸਫਾ ਆ ਗਿਆ, ਉਹਨੇ ਕੀ ਕੀਤਾ? ਉਹਨੇ ਹਥਿਆਰ ਖੋਲ੍ਹਿਆ, ਹਾਂਜੀ। ਲੋਕਾਂ ਨੂੰ ਹਥਿਆਰ ਚੱਕਣ ਤੋਂ ਰੋਕ ਦਿੱਤਾ। ਇੱਕ ਉਹ ਗੱਲ, ਹਾਂਜੀ। ਦੋ ਕਾਰਨ ਸਤਿਗੁਰੂ ਨੇ ਕਿਹਾ ਹਿੰਦੁਸਤਾਨ ਦੀ ਗੁਲਾਮੀ ਦੇ। ਇੱਕ ਤਾਂ ਅਹਿੰਸੋ ਪਰਮੋ ਧਰਮਾਂ ਦੇ ਫਲਸਫੇ ਦਾ ਬੇਲੋੜਾ ਪ੍ਰਚਾਰ, ਜੀ। ਇੱਕ ਤੇ ਦੂਜਾ ਸਤਿਗੁਰੂ ਕਹਿੰਦੇ ਕਿ ਜਿਹੜੀ ਵਰਨ ਵੰਡ ਪਾਤੀ ਬ੍ਰਾਹਮਣਵਾਦ ਨੇ, ਇਹ ਵਰਨ ਵੰਡ ਵੀ ਪਾਤੀ ਬ੍ਰਾਹਮਣਵਾਦ ਨੇ। ਵਰਨ ਵੰਡ ਪਾ ਕੇ ਚਾਰਾਂ ਜਾਤੀਆਂ 'ਚ ਵੰਡ ਕੇ, ਪੂਰੇ ਦੇਸ਼ ਨੂੰ ਚਾਰਾਂ ਵਰਨਾਂ 'ਚ ਵੰਡ ਕੇ, ਉਹਦੇ 'ਚੋਂ ਬ੍ਰਾਹਮਣ ਨੂੰ ਕਹਤਾ ਤੂੰ ਪੜਾਉਣਾ ਹੀ ਆ, ਕਸ਼ਤਰੀ ਨੂੰ ਕਹਤਾ ਤੈਨੂੰ ਹੀ ਲੜਨ ਦਾ, ਤੈਨੂੰ ਹੀ ਹਥਿਆਰ ਰੱਖਣ ਦਾ ਹੱਕ ਆ, ਵੈਸ਼ ਨੂੰ ਕਹਤਾ ਤੂੰ ਖੇਤੀ ਕਰਨੀ ਆ ਜਾਂ ਵਪਾਰ ਹੀ ਕਰਨਾ ਆ, ਤੈਨੂੰ ਵੀ ਹਥਿਆਰ ਦੀ ਲੋੜ ਨਹੀਂ, ਤੇ ਸ਼ੂਦਰ ਨੂੰ ਕਹਤਾ ਤੂੰ ਤਾਂ ਹਥਿਆਰ ਡਾਂਗ ਚੱਕ ਹੀ ਨਹੀਂ ਸਕਦਾ। ਹਾਂਜੀ ਹਾਂਜੀ। ਤੂੰ ਤਾਂ ਵੱਧ ਤੋਂ ਵੱਧ ਕੁੱਤੇ ਨੂੰ ਵੀ ਸ਼ਿਕਾਰਨ ਦੇ ਲਈ ਸੋਟੀ ਕੋਲ ਰੱਖ ਸਕਦਾ, ਕੁੱਤਕਾ ਹਲਕਾ ਜਿਹਾ, ਉਦੋਂ ਉੱਤੇ ਹੋਰ ਕੋਈ ਨਹੀਂ। ਜੀ ਜੀ। ਸੋਟੀ ਦਾ ਵੀ ਸਾਈਜ਼ ਮਿੱਥ ਦਿੱਤਾ ਗਿਆ, ਇਦੋਂ ਉੱਤੇ ਹੋਰ ਕੋਈ ਨਹੀਂ। ਸ਼ੂਦਰ ਹਥਿਆਰ ਨਹੀਂ ਚੱਕ ਸਕਦਾ। ਕਿਸਾਨ ਜਿਹੜਾ ਸੀਗਾ, ਵੈਸ਼ ਸੀਗਾ, ਉਹਨੂੰ ਕਹਤਾ ਤੂੰ ਵਪਾਰ ਹੀ ਕਰਨਾ, ਤੈਨੂੰ ਵੀ ਹਥਿਆਰ ਚੱਕਣ ਦੀ ਕੋਈ ਲੋੜ ਨਹੀਂ, ਤੂੰ ਹਥਿਆਰ ਰੱਖਣੇ ਨਹੀਂ, ਕਿਉਂਕਿ ਜਿਨ੍ਹਾਂ ਕੋਲ ਹਥਿਆਰ ਨਹੀਂ ਉਹਨਾਂ ਨੂੰ ਛੇਤੀ ਗੁਲਾਮ ਬਣਾਇਆ ਜਾ ਸਕਦਾ। ਇਹ ਬ੍ਰਾਹਮਣਵਾਦ ਦੀ ਵਿਪਰਧਾਰਾ ਦੀ ਇੱਕ ਤਰ੍ਹਾਂ ਦੀ ਜਿਹੜੀ ਸੀਗੀ ਗੱਲ, ਪੂਰੇ ਦੇਸ਼ ਨੂੰ ਆਪਣੇ ਥੱਲੇ ਗੁਲਾਮ ਰੱਖਣ ਦੀ ਵਰਨ ਵੰਡ। ਸਤਿਗੁਰੂ ਕਹਿੰਦੇ ਵਰਨ ਵੰਡ ਜਿਹੜਾ ਸੀਗਾ, ਇਹਨੇ ਹੀ ਭਾਰਤੀ ਸੰਸਕ੍ਰਿਤੀ ਦਾ ਜਿਹੜਾ ਆਦ ਸੱਚ ਸੀ ਉਹਦੇ ਨਾਲ ਵੀ ਤੋੜਿਆ। ਜਿਹੜੀ ਸਮਾਨਤਾ ਵਾਲੀ ਗੱਲ ਸੀਗੀ, ਕਿੱਥੇ ਤਾਂ ਰਾਮ ਭੀਲਨੀ ਦੇ ਝੂਠੇ ਬੇਰ ਖਾ ਰਿਹਾ ਆ, ਕਿੱਥੇ ਕ੍ਰਿਸ਼ਨ ਗਵਾਲਿਆਂ ਦੇ ਵਿੱਚ ਪਲ ਰਿਹਾ ਆ, ਜਿਹੜੀ ਭਗਵਾਨ ਦੀ ਗੱਲ ਕਰਦੇ ਆਪਾਂ, ਤੇ ਕਿੱਥੇ ਤੁਸੀਂ ਉਹਨਾਂ ਦੇ ਹੱਥਾਂ ਦਾ ਖਾ ਵੀ ਨਹੀਂ ਸਕਦੇ, ਉਹਨਾਂ ਜਰਾਬ ਨਹੀਂ ਸਕਦੇ, ਉਹਨਾਂ ਦਾ ਪਰਛਾਵਾਂ ਵੀ ਨਹੀਂ ਲੈ ਸਕਦੇ। ਯਾਨੀ ਕਿ ਇਹ ਸਾਰਾ ਕੁਝ ਉਦੋਂ ਬਾਅਦ ਵਿੱਚ ਸਾਰਾ ਕੁਝ ਕੀਤਾ, ਯਾਨੀ ਉਹ ਆਦ ਸੱਚ ਨਾਲੋਂ ਤੋੜ ਦਿੱਤਾ ਗਿਆ। ਜਿਹੜਾ ਹਿੰਦੁਸਤਾਨ ਦਾ ਆਦ ਸੱਚ ਸੀ ਉਹਦੇ ਨਾਲ ਤੋੜ ਦਿੱਤਾ ਗਿਆ ਵਰਨ ਵੰਡ ਨੇ। ਇੱਕ ਤਾਂ ਵਰਨ ਵੰਡ ਸਤਿਗੁਰੂ ਨੇ ਕਿਹਾ ਜਿਹੜੀ, ਕਿਉਂਕਿ ਤੁਸੀਂ ਹਥਿਆਰ ਹੀ ਖੋਲ੍ਹਿਆ ਤੇ ਉਹਨਾਂ ਨੂੰ ਲੋਕਾਂ ਨੂੰ ਜਿਹਨਾਂ ਨੂੰ ਗੁਲਾਮ ਬਣਾ ਲਿਆ, ਉਹ ਕਹਿੰਦੇ ਫਿਰ ਕੋਈ ਗੱਲ ਨਹੀਂ, ਸਾਡੇ ਕੋਲ ਕਿਹੜਾ ਹਥਿਆਰ ਹੈ। ਉਹਨਾਂ ਨੇ ਜਿਹੜਾ ਆਇਆ ਉਹਦੇ ਮੇਰੇ ਹੱਥ ਚਕਾਤਾ, ਤੇ ਜਿਹੜੀ ਚੌਥਾ ਗੁੱਸਾ ਲੜਨ ਵਾਲਾ ਰਹਿ ਗਿਆ, ਉਹ ਇਕੱਲਾ ਹੀ ਲੜਦਾ ਆ, ਤੇ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ ਰਾਜ ਚਲਾਉਣ ਦੇ ਲਈ। ਉਹਦੇ ਉੱਤੇ ਫੇਰ ਵਿਪਰਧਾਰਾ ਬੈਠੀ ਆ ਦੱਸਣ ਦੇ ਲਈ ਤੁਸੀਂ ਆਹ ਕਰਨਾ ਆ। ਤੇ ਇਸ ਕਰਕੇ ਜਿਹੜੀ ਲੜਨ ਮਰਨ ਦੀ ਸੀਗੀ ਬਿਰਤੀ ਵੀ ਮੈਂ ਰਾਜ ਨਹੀਂ ਲੜਨਾ, ਉਹ ਵੀ ਖਤਮ ਕਰ ਦਿੱਤੀ ਗਈ। ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਭੀਮ ਵਰਗੇ ਯੋਧਿਆਂ ਦਾ ਦੇਸ਼ ਸੀ, ਕਿੱਡਾ ਕੁ ਵੱਡਾ ਯੋਧਾ ਕਿਹਾ ਹੈ ਮਹਾਭਾਰਤ ਨੇ ਉਹਨੂੰ। ਮੈਂ ਕਹਿੰਦਾ ਭਾਵੇਂ ਅਤਕਥ ਨਹੀਂ ਹੋਵੇ, ਪਰ ਤੁਸੀਂ ਕਈ ਵਾਰੀ ਤੁਹਾਡੀ ਤੁਲਨਾ ਦੇਣ ਲਈ ਜਦੋਂ ਕਵਿਤਾ 'ਚ ਗੱਲ ਕਰਨੀ, ਤੁਲਨਾ ਕਹਿੰਦੇ ਏਡਾ ਵੱਡਾ ਯੋਧਾ ਸੀਗਾ ਕਿ ਉਹਨੇ ਹਾਥੀ ਨੂੰ ਚੱਕ ਕੇ ਅਸਮਾਨ 'ਚ ਮਾਰਿਆ, ਸਿੱਟਿਆ ਹਾਥੀ ਨੂੰ ਘੁਮਾ ਕੇ ਜਦੋਂ ਸਿੱਟਿਆ ਤੇ ਉਹ ਅਸਮਾਨ ਦੇ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਚੰਦਰਮਾ ਦੀ ਤੇ ਧਰਤੀ ਦੀ ਖਿੱਚ ਬਰਾਬਰ ਹੋ ਜਾਂਦੀ ਆ, ਜਿੱਥੇ ਇੱਕ ਚੀਜ਼ ਅਟਕ ਜਾਂਦੀ ਆ। ਵਿਗਿਆਨ ਵੀ ਇਹ ਗੱਲ ਕਹਿੰਦੀ ਆ ਨਾ ਵੀ ਉੱਥੇ ਜਾ ਕੇ ਉਹਦੀ ਵੀ ਗੁਰੂਤਾ ਖਿੱਚ ਤੋਂ ਬਾਹਰ ਨਿਕਲ ਗਿਆ। ਚੰਦਰਮਾ ਨੂੰ ਆਪਣੇ ਨਾਲ ਖਿੱਚ ਨਹੀਂ ਸਕਦਾ ਕਿਉਂਕਿ ਧਰਤੀ ਦੀ ਉੱਥੇ ਖਿੱਚ ਹੈਗੀ ਆ, ਤੇ ਧਰਤੀ ਨੂੰ ਆਪਣੇ ਨਾਲ ਨਹੀਂ ਖਿੱਚ ਸਕਦੀ ਕਿਉਂਕਿ ਚੰਦਰਮਾ ਦੀ ਖਿੱਚ ਆ। ਵਿਚਾਰ ਪਲਾਰ ਦੇ ਉੱਥੇ ਥਾਂ ਦੇ ਵਿੱਚ ਆ ਗਿਆ ਤੇ ਉੱਥੇ ਅੱਜ ਵੀ ਘੁੰਮੀ ਜਾ ਰਿਹਾ। ਬੇਸ਼ੱਕ ਅਤਕਥ ਨਹੀਂ ਹੋਵੇ, ਪਰ ਉਹਦੀ ਤਾਕਤ ਦੱਸਣ ਦੇ ਲਈ ਵੀ ਉੱਥੇ ਤੱਕ ਬੰਦਿਆਂ ਨੂੰ ਪਲਾਰ ਤੋਂ ਬਾਹਰ ਤੱਕ ਚੱਕ ਕੇ ਮਾਰਨ ਵਾਲੀ ਗੱਲ, ਧਰਤੀ ਦੀ ਗੁਰੂਤਾ ਖਿੱਚ ਤੋਂ ਬਾਹਰ ਚੱਕ ਕੇ ਮਾਰਨ ਵਾਲੀ ਗੱਲ, ਹਾਥੀ ਵਰਗੇ ਵੱਡੇ ਜਾਨਵਰਾਂ ਨੂੰ ਤੇ 1000 ਹਾਥੀਆਂ ਨਾਲ ਲੜਨ ਦੀ ਸਮਰੱਥਾ ਜਿਹੜੀ ਭੀਮ ਦੀ ਕਹੀ ਸੀਗੀ ਵੀ ਐਡਾ ਵੱਡਾ ਮਹਾਰਥੀ ਸੀਗਾ ਕਿ 1000 ਹਾਥੀਆਂ ਦਾ ਮਤਲਬ ਉਹਦਾ ਸਿੰਬੋਲਿਕ ਗੱਲ ਹੁੰਦੀ ਆ ਕਿ ਜੇ 1000 ਹਾਥੀਆਂ ਤੇ ਚੜ ਕੇ ਵੀ ਫੌਜ ਆਉਂਦੀ ਹੋਵੇ ਤੇ ਉਹ ਮਹਾਰਥੀ ਐਡਾ ਵੱਡਾ ਸੀ ਮੁਕਾਬਲਾ ਕਰ ਸਕਦਾ ਸੀ। ਇਹ ਗੱਲਾਂ ਔਰ ਉਹਦਾ ਨਾਲ ਪਾਂਡਵਾਂ ਦੀ ਗੱਲ, ਤੇ ਸਤਿਗੁਰੂ ਨੇ ਕਿਹਾ ਭੀਮ ਵਰਗੇ ਮਹਾਯੋਧਿਆਂ ਦਾ ਦੇਸ਼ ਭਿਕਸ਼ੂ ਬਣਾ ਕੇ ਰੱਖ ਦਿੱਤਾ। ਭਿਕਸ਼ੂ ਸ਼ਬਦ ਮੰਗਣ ਵਾਲੇ, ਐਵੇਂ ਜਾਨੀ ਕਿ ਭਿਖਾਰੀ ਜਿਹਾ ਬਣਾ ਕੇ ਰੱਖ ਦਿੱਤਾ ਗਿਆ ਵੀ ਕਿੱਥੇ ਯੋਧਿਆਂ ਦੀ ਗੱਲ ਤੇ ਕਿੱਥੇ ਤੁਸੀਂ ਉਹਨੂੰ ਭੀਮ ਤੇ ਕਿੱਥੇ ਭਿਕਸ਼ੂ, ਯਾਨੀ ਕਿ ਇੰਨਾ ਜਿਹੜੀ ਅਹਿੰਸੋ ਪਰਮਾ ਧਰਮਾਂ ਦੇ ਇਹ ਜਿਹੜਾ ਫਲਸਫਾ ਸੀਗਾ। ਔਰ ਇਹ ਉਦੋਂ ਵੀ ਨੁਕਸਾਨ ਕੀਤਾ ਸੀ, ਇਹ ਜਦੋਂ ਵੀ ਉੱਠੇਗਾ ਉਦੋਂ ਨੁਕਸਾਨ ਕਰੇਗਾ। ਇਹ ਸਤਿਗੁਰੂ ਨੇ ਉਹਨਾਂ ਨੂੰ ਕਿਹਾ ਵੀ ਤੂੰ ਇਸ ਕਰਕੇ, ਔਰ ਇਹ ਗੱਲ ਸਤਿਗੁਰੂ ਨੇ ਜਿਸ ਪੂਰੀ ਭਾਰਤੀ ਸੰਸਕ੍ਰਿਤੀ ਦੇ ਜਿਸ ਲਹਿਜੇ 'ਚ ਰੱਖ ਕੇ ਕਹੀ,
ਉਹ ਤਾਂ ਜੈਤ ਸਾਹਿਬ ਜਿਹੜਾ ਦਾਦੂ ਦੁਆਰੇ ਦਾ ਉਦੋਂ ਮਹੰਤ ਸੀ, ਵਿਦਵਾਨ ਸੀ, ਉਹਦੇ ਸਮਝ ਤਾਂ ਆਉਣੀ ਸੀ, ਹਾਂਜੀ ਹਾਂਜੀ ਉਹਦੇ ਸਮਝ ਆਈ ਫਿਰ। ਔਰ ਸਤਿਗੁਰ ਨੇ ਜਿਹੜੀ ਦੂਜੀ ਗੱਲ ਕਹੀ ਵਰਨ ਵੰਡ, ਇੱਕ ਇਹ ਗੱਲ ਸਮਝਾਤੀ ਵੀ ਅੰਸੂ ਪਰਮਾ ਧਰਮਾ ਨਹੀਂ, ਅਹਿੰਸਾ ਹੈ ਧਰਮ ਪਰ ਉਹਦਾ ਬੇਲੋੜਾ ਪ੍ਰਚਾਰ ਨਹੀਂ। ਜਿੱਥੇ ਤੱਕ ਜਾ ਕੇ ਇਹਨੂੰ ਮਹਾਪੁਰਸ਼ਾਂ ਨੇ ਕਿਹਾ, ਜਿੱਥੇ ਤੱਕ ਪੁੱਜੇ ਹੋਏ ਮਹਾਪੁਰਸ਼ਾਂ ਨੇ ਕਿਹਾ, ਉਹਨਾਂ ਅੰਦਰ ਆਪ ਮੁਹਾਰੇ ਪੈਦਾ ਹੋਈ ਸੀਗੀ। ਜੀ ਜੀ ਯਾਨੀ ਤੁਸੀਂ ਉਹਨਾਂ ਦੇ ਜਿਹੜੀ ਆਪ ਮੁਹਾਰੇ ਪੈਦਾ ਹੋਈ ਆ, ਜਿਹੜੀ ਦਇਆ ਭਾਵਨਾ ਪੈਦਾ ਹੋਈ ਆ, ਉਹਦੇ ਚ ਜਦੋਂ ਅਹਿੰਸਾ ਪੈਦਾ ਹੁੰਦੀ ਉਦੋਂ ਗੱਲ ਹੋ ਰਿਹਾ, ਪਰ ਡਰ ਕੇ ਕਹਿਰ ਬਣ ਕੇ ਜਿਹੜੀ ਪੈਦਾ ਹੁੰਦੀ ਉਹ ਗੱਲ ਹੋ ਰਿਹਾ। ਹਾਂਜੀ ਸਤਿਗੁਰ ਨੇ ਉਹਦੀ ਯਾਨੀ ਕਿ ਦਇਆ ਭਾਵਨਾ ਦੇ ਨਾਲ ਅਹਿੰਸਾ ਜਿਹੜੀ ਆ ਉਹ ਜੋੜੀ ਆ। ਸਤਿਗੁਰ ਨੇ ਕਿਹਾ ਅਸੀਂ ਇਹੋ ਜਿਹਾ ਪੰਥ ਸਾਜ ਦਿੱਤਾ, ਫਿਰ ਅਸੀਂ ਇਹ ਦੋਨੇ ਕਮਜ਼ੋਰੀਆਂ ਨੂੰ ਜਿਹੜੀਆਂ ਸੀਗੀਆਂ, ਜਿਹਨੇ ਪੂਰੇ ਦੇਸ਼ ਨੂੰ ਗੁਲਾਮ ਬਣਾਇਆ, ਦੋਨੇ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਇਹੋ ਜਿਹਾ ਪੰਥ ਸਾਜਿਆ ਆ ਜਿਹਦੇ ਚ ਵਰਨ ਵੰਡ ਵੀ ਹੈ ਨਹੀਂਗੀ, ਜੀ ਜੀ ਜੀ, ਜਿਹਦੇ ਵਿੱਚ ਅਹਿੰਸਾ ਵੀ ਹੈ ਨਹੀਂ। ਪਰ ਇਹਦਾ ਇਹ ਮਤਲਬ ਨਹੀਂ ਕਿ ਦਇਆ ਛੱਡ ਦਿੱਤੀ। ਦਇਆ ਧਰਮ ਦੀ ਮਾਂ ਆ, ਅਸੀਂ ਦਇਆ ਵੀ ਕਾਇਮ ਰੱਖੀ ਆ। ਜਿਹੜਾ ਸਾਡਾ ਯੋਧਾ ਹੋਊਗਾ, ਖਾਲਸਾ ਹੋਏਗਾ, ਜਿਹੜਾ ਉਹ ਹਥਿਆਰ ਚੱਕੇਗਾ ਦਇਆ ਦੇ ਲਈ, ਉਹਦਾ ਵੀਰ ਰਸ ਵੀ ਦਇਆ ਦੇ ਵਿੱਚੋਂ ਪੈਦਾ ਹੋਏਗਾ। ਜੀ ਜੀ, ਉਹਦੀ ਵੀਰ ਰਸ ਦੇ ਵਿੱਚੋਂ ਵੀ ਦਿਆਲਤਾ ਢਲਕੇਗੀ। ਉਹ ਕਿਤੇ ਜੰਗ ਦੇ ਮੈਦਾਨ 'ਚ ਲੜਦਾ ਹੋਇਆ ਵੀ ਨਾ ਕਿਸੇ ਔਰਤ ਤੇ ਹਥਿਆਰ ਚੱਕੂ, ਨਾ ਕਿਸੇ ਬੱਚੇ ਤੇ ਚੱਕੂ, ਨਾ ਕਿਸੇ ਬਜ਼ੁਰਗ ਤੇ ਚੱਕੂ, ਨਾ ਕਿਸੇ ਨੇ ਹੱਥੇ ਤੇ ਚੱਕੂ। ਅਸੀਂ ਇਹ ਸਾਰੀਆਂ ਗੱਲਾਂ ਸਿਖਾਤੀਆਂ। 7 ਥਾਂ ਤੇ ਪਾਬੰਦੀਆਂ ਲਾਈਆਂ ਖਾਲਸੇ ਦੇ ਉੱਤੇ ਕਿ ਇੱਥੇ ਤੁਸੀਂ ਹਥਿਆਰ ਨਹੀਂ ਚੱਕਣਾ, ਔਰਤ ਤੇ ਨਹੀਂ ਚੱਕਣਾ, ਬੱਚੇ ਤੇ ਨਹੀਂ ਚੱਕਣਾ, ਬਜ਼ੁਰਗ ਤੇ ਨਹੀਂ ਚੱਕਣਾ, ਅੰਗਹੀਨ ਤੇ ਨਹੀਂ ਚੱਕਣਾ, ਜਿਹੜਾ ਨਿਹੱਥਾ ਆ ਉਹਦੇ ਤੇ ਨਹੀਂ ਚੱਕਣਾ, ਜਿਹੜਾ ਸ਼ਰਮ ਆ ਗਿਆ ਉਹਦੇ ਤੇ ਨਹੀਂ ਚੱਕਣਾ। ਇਹ ਸਾਰੀਆਂ ਪਾਬੰਦੀਆਂ ਸਤਿਗੁਰੂ ਨੇ ਤਾਂ ਕਿ ਦਇਆ ਭਾਵਨਾ ਵਿੱਚੋਂ ਮਰ ਜਾਏ। ਜੀ ਜੀ, ਇਹ ਸਾਰੀਆਂ ਗੱਲਾਂ ਸਿੱਖ ਨੇ ਸਿੱਖ ਤੇ ਨਹੀਂ ਹਥਿਆਰ ਚੱਕਣਾ। ਜੀ ਜੀ, ਇਹ ਵੀ ਕਿਹਾ ਆ। ਅੱਜ ਕੁਝ ਗੱਲ ਹਾਂਜੀ ਤੁਹਾਡਾ ਸਵਾਲ ਆ ਗਿਆ, ਮੇਰੇ ਮਨ ਚ ਖਿਆਲ ਆ ਗਿਆ ਨਾ। ਹਾਂਜੀ, ਪਰ ਇਹ ਸਾਰੀਆਂ ਗੱਲਾਂ ਸਤਿਗੁਰ ਨੇ ਜਿਹੜੀਆਂ ਉੱਥੇ ਸਮਝਾਈਆਂ। ਹਾਂਜੀ, ਔਰ ਜੰਗ ਦਾ ਕਾਰਨ ਆਪ ਨਹੀਂ ਬਣਨਾ। ਜੀ ਜੀ, ਇਹ ਵੀ ਗੱਲ ਆ। ਪਰ ਜਦੋਂ ਆਪਾਂ ਦੇਖਦੇ ਹਾਂ ਅੱਜ ਸਿੱਖਾਂ ਦੇ ਹਥਿਆਰ ਚੱਕਦੇ ਆ, ਕੋਈ ਨੇ ਕੁਰਬਾਨਾਂ ਚੱਲਦੀਆਂ ਹੁੰਦੀਆਂ, ਦੂਜੇ ਬੰਨੇ ਡਾਂਗਾਂ ਚੱਲ ਰਹੀਆਂ ਹੁੰਦੀਆਂ, ਤੁਸੀਂ ਸਿੱਖ ਹੀ ਸਿੱਖਾਂ ਨੂੰ ਵੱਢੀ ਜਾਂਦੇ ਆ, ਪੱਗਾਂ ਲੱਥੀਆਂ ਹੁੰਦੀਆਂ, ਤੇ ਉਦੋਂ ਲੱਗਦਾ ਕਿ ਸਿੱਖ ਹੈ ਹੀ ਨਹੀਂ, ਜੀ ਜੀ, ਖਾਲਸਾ ਨਹੀਂ ਹੈਗਾ, ਗੁਰੂ ਦੀਆਂ ਬਖਸ਼ਿਸ਼। ਜਤਗੁਰ ਕਹਿੰਦੇ ਜਦੋਂ ਤੁਸੀਂ ਮੇਰੀ ਗੱਲ ਹੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਜੇ ਤੁਸੀਂ ਮੇਰੀ ਦੱਸੀ ਹੋਈ ਰਹਿਤ ਹੀ ਨਹੀਂ ਮੰਨਣੀ ਤੇ ਕਾਹਦੀ ਫਿਰ ਸਿੱਖੀ ਤੇ ਮੈਨੂੰ ਸਿੱਖ ਪਿਆਰਾ, ਤੁਹਾਡੀ ਸ਼ਕਲਾਂ ਨਹੀਂ ਮੈਨੂੰ ਪਿਆਰੀ ਆ, ਮੈਨੂੰ ਤਾਂ ਰਹਿਤ ਪਿਆਰੀ ਆ। ਸਤਿਗੁਰੂ ਇਹ ਗੱਲ ਲੈ ਕੇ ਤੁਰਦੇ ਆ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਕੋਲੋਂ, ਯੋਧਿਆਂ ਦੇ ਕੋਲੋਂ ਜਦੋਂ ਇਕੱਠੇ ਸੀਗੇ, ਜਦੋਂ ਵਰਨ ਵੰਡ ਵਾਲੀ ਗੱਲ ਨਹੀਂ ਸੀ, ਉਦੋਂ ਸਿਕੰਦਰਾਂ ਵਰਗਿਆਂ ਨੂੰ ਮੋੜਤਾ ਯੋਧਿਆਂ ਨੇ। ਇੱਥੋਂ ਡਰਦੇ ਸੀ ਉਹ, ਸਾਰੀ ਦੁਨੀਆ ਨੂੰ ਜਿੱਤਣ ਵਾਲੇ ਵੀ ਡਰਦੇ ਸੀਗੇ। ਔਰ ਇੱਥੋਂ ਮੁੜ ਕੇ ਗਿਆ ਤੇ ਬਾਅਦ ਉਹਦਾ ਸੈਨਾਪਤੀ ਸਲੂਕਸ ਜਿਹੜਾ ਸੀ, ਆਪਣੀ ਬੇਟੀ ਦਾ ਰਿਸ਼ਤਾ ਦੇ ਕੇ ਚੰਦਰਗੁਪਤ ਦੇ ਪੁੱਤਰ ਬਿੰਦੂਸਾਰ ਨੂੰ ਆਪਣੀ ਜਾਨ ਬਚਾ ਕੇ ਗਿਆ। ਜੀ ਜੀ ਜੀ, ਜਾਨ ਕਿ ਇੱਥੇ ਤੱਕ ਏਦਾਂ ਯੋਧੇ ਸੀਗੇ। ਪਰ ਤੁਸੀਂ ਬਾਅਦ ਚ ਜਦੋਂ ਆ ਗਈ ਉਦੋਂ ਸਿਕੰਦਰ ਤੋਂ ਬਾਅਦ ਦਾ ਸਮਾਂ ਆ ਗਿਆ, ਚੰਦਰਗੁਪਤ ਤੋਂ ਬਾਅਦ ਦਾ ਛੇਤੀ ਸਮਾਂ ਆ ਗਿਆ, ਜਦੋਂ ਉਹਦੇ ਪੁੱਤਰ ਬਿੰਦੂਸਾਰ ਤੋਂ ਬਾਅਦ ਅਸ਼ੋਕ ਦਾ ਸਮਾਂ ਆ ਗਿਆ, ਉਦੋਂ ਬਾਅਦ ਅੰਸੂ ਪਰਮਾ ਧਰਮਾਂ ਦੇ ਜਿਹੜੀ ਫਲਸਫਾ ਜਦੋਂ ਇੱਕਦਮ ਫੈਲਿਆ, ਉਹਨੇ ਜਦੋਂ ਸ਼ਸਤਰਹੀਨ ਕਰਤਾ, ਫੌਜਾਂ ਖਤਮ ਕਰ ਦਿੱਤੀਆਂ, ਹਥਿਆਰ ਖਤਮ ਕਰ ਦਿੱਤੇ, ਉਦੋਂ ਬਾਅਦ ਚ ਫਿਰ ਗੁਲਾਮੀ ਸ਼ੁਰੂ ਹੋ ਗਈ। ਤੇ 2500 ਸਾਲ ਦੇਸ਼ ਦੇ ਉੱਤੇ ਹਮਲੇ ਹੁੰਦੇ ਰਹੇ, ਸੈਂਕੜੇ ਹਜ਼ਾਰਾਂ ਸਾਲ ਦੇਸ਼ ਗੁਲਾਮ ਰਿਹਾ। ਤੇ ਸਤਿਗੁਰ ਕਹਿੰਦੇ ਉਹਨੂੰ ਗੁਲਾਮੀ ਚੋਂ ਕੱਢਣ ਦੇ ਲਈ ਸੀ ਦੋਨੇ ਚੀਜ਼ਾਂ ਜਿਹੜੀਆਂ, ਇੱਕ ਅੰਸੂ ਪਰਮਾ ਧਰਮ ਵਾਲੀ ਗੱਲ, ਦੂਜੀ ਵਰਨ ਵੰਡ ਵਾਲੀ ਗੱਲ, ਦੋਨੇ ਖਤਮ ਕਰਤੀਆਂ। ਖਾਲਸਾ ਖਾਲਸੇ ਦੇ ਨਾਲ ਬੈਠੇਗਾ, ਕੋਈ ਵਰਨ ਵੰਡ ਵੀ ਇੱਕੋ ਪੰਗਤ 'ਚ ਬੈਠੂਗਾ, ਇੱਕੋ ਸੰਗਤ 'ਚ ਬੈਠੂਗਾ, ਇੱਕੋ ਥਾਂ ਤੇ ਬੈਠ ਕੇ ਖਾਣਾ ਖਾਣਗੇ, ਇੱਕੋ ਥਾਂ ਤੇ ਬੈਠ ਕੇ ਪਾਠ ਕਰਨਗੇ, ਔਰ ਉਹਨਾਂ ਦੇ ਵਿੱਚ ਕੋਈ ਵੰਡ ਵਿਤਕਰਾ ਨਹੀਂ ਹੋਊਗਾ। ਇੱਥੇ ਭਾਵੇਂ ਬਾਲਮੀਕ ਵੰਸ਼ੀ ਰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਆ, ਜੀ ਜੀ, ਤੇ ਇੱਥੇ ਬੇਸ਼ੱਕ ਸਤਿਗੁਰੂ ਕਹਿੰਦੇ ਕਿ ਪੰਡਿਤ ਕਿਰਪਾ ਰਾਮ ਦਾਤਿਆ, ਉਹ ਸਾਰਿਆਂ ਨੂੰ ਇੱਕੋ ਪੰਗਤ 'ਚ ਬੈਠਣਾ। ਜੀ ਜੀ, ਇੱਥੇ ਬ੍ਰਾਹਮਣ ਦੀ ਤੇ ਦੂਜੇ ਦੀ ਕੋਈ ਵਿਤਕਰਾ ਨਹੀਂਗਾ, ਇੱਥੇ ਸਾਰੇ ਇਕੱਠੇ ਹੋ ਕੇ ਬੈਠਣਗੇ। ਇਹ ਸਾਰੀਆਂ ਗੱਲਾਂ ਸਤਿਗੁਰੂ ਨੇ ਦੱਸੀਆਂ ਤੇ ਉਹਨੇ ਕਿਹਾ ਵੀ ਤੇ ਇਸੇ ਕਰਕੇ ਅਸੀਂ ਹਥਿਆਰ ਵੀ ਦਿਖਾਏ ਆ, ਦਇਆ ਭਾਵਨਾ ਵੀ ਦਿੱਤੀ ਆ, ਵਰਨ ਵੰਡ ਵੀ ਖਤਮ ਕਰ ਦਿੱਤੀ ਆ। ਤੇ ਵਰਨ ਵੰਡ ਦੇ ਕਾਰਨ ਤੇ ਅੰਸੂ ਪਰਮਾ ਧਰਮਾਂ ਦੇ ਕਾਰਨ ਜਿਹੜਾ ਅਫਗਾਨਿਸਤਾਨ ਤੱਕ ਦੇਸ਼ ਸੀਗਾ, ਉਹ ਕਹਿੰਦੇ ਸਤਿਗੁਰੂ ਦੇ ਵੇਲੇ ਤੱਕ ਉਹ ਕਹਿੰਦੇ ਦੇਖੋ ਇੱਕ ਦੇਸ਼ ਵੱਖਰਾ ਹੋ ਗਿਆ, ਪੂਰਾ ਦਾ ਪੂਰਾ ਹਿੰਦੂ ਦੇਸ਼ ਸੀਗਾ, ਪੂਰਾ ਮੁਸਲਿਮ ਦੇਸ਼ ਬਣ ਗਿਆ। ਅੱਜ ਤਾਂ ਉੱਥੇ ਕਦੇ ਉਸ ਸਮੇਂ ਤਾਂ ਬੋਧੀ ਹੋਣਗੇ ਉੱਥੇ, ਅੱਜ ਤਾਂ ਉੱਥੇ ਬੋਧੀ ਵੀ ਹੈ ਨਹੀਂ, ਇੱਕ ਵੀ ਸਾਰੇ ਬੁੱਤ ਤੱਕ ਤੋੜ ਦਿੱਤੇ ਗਏ। ਕਿੱਥੇ ਜਿਹੜਾ ਬੰਗਾਲ ਸੀਗਾ ਉਹ ਦੁਰਗਾ ਪੂਜਾ ਦਾ ਦੇਸ਼ ਹੁੰਦਾ ਸੀਗਾ, ਅੱਜ ਬੰਗਲਾਦੇਸ਼ ਪੂਰਾ ਦਾ ਪੂਰਾ ਮੁਸਲਿਮ ਦੇਸ਼ ਬਣ ਗਿਆ ਆ। ਇਹ ਆਲਾ ਦੁਆਲਾ ਜੇ ਦੇਖਿਆ ਜਾਵੇ ਸਾਰੇ ਦਾ ਸਾਰਾ, ਇਹ ਸਿਰਫ ਜਿਹੜੀ ਵਿਪਰਧਾਰਾ ਦੀ ਕਮਜ਼ੋਰੀ ਸੀਗੀ, ਇੱਕ ਵਰਨ ਵੰਡ, ਆਪਣੇ ਮਨੁੱਖਾਂ ਦੇ ਵਿੱਚ ਵੰਡੀਆਂ, ਆਪਣੇ ਭਰਾਵਾਂ ਨੂੰ ਗੁਲਾਮ ਰੱਖਦੇ ਵਿਦੇਸ਼ੀਆਂ ਦੇ ਗੁਲਾਮ ਬਣ ਗਿਆ, ਤੇ ਦੂਜੀ ਅੰਸੂ ਪਰਮਾ ਧਰਮਾਂ ਦਾ ਫਲਸਫਾ। ਤੇ ਦੋਵਾਂ ਤੋਂ ਜੇ ਬਚਾਉਂਦਾ ਕੋਈ ਤੇ ਉਹ ਬਚਾਉਂਦਾ ਹੈਗਾ ਗੁਰੂ ਗੋਬਿੰਦ ਸਿੰਘ ਦਾ, ਗੁਰੂ ਨਾਨਕ ਦਾ ਮਤ, ਖਾਲਸਾ ਪੰਥ। ਕਿ ਦੋਨੇ ਗੱਲਾਂ, ਇੱਕ ਤਾਂ ਵਰਨ ਵੰਡ ਤੋਂ ਉੱਪਰ ਉੱਠ ਜਾਣਾ ਤੇ ਤਾਂ ਹੀ ਇਸ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਹੋ ਸਕਦੀ। ਸਤਿਗੁਰੂ ਨੇ ਇਹ ਦਾਦੂ ਦੁਆਰੇ ਸਮਝਾਇਆ, ਉਹ ਗੱਲ ਉਦੋਂ ਵੀ ਸੱਚ ਸੀ ਤੇ ਹੁਣ ਵੀ, ਇਹ ਗੱਲ ਅੱਜ ਵੀ ਸੱਚ ਹੈ। ਸੋ ਸਤਿਗੁਰੂ ਨੇ ਜਦੋਂ ਉਹਨੂੰ ਇਹ ਗੱਲ ਸਮਝਾਤੀ ਤੇ
ਸਤਿਗੁਰੂ ਨੇ ਕਿਹਾ ਅਸੀਂ ਇੱਕ ਸਰਤਾ ਲਿਆਉਣ ਦੇ ਲਈ ਇੱਕੋ ਜਿਹੀ ਰਹਿਤ ਦਿੱਤੀ, ਇੱਕੋ ਜਿਹਾ ਪਹਿਰਾਵਾ ਦਿੱਤਾ, ਬਾਹਰੋਂ ਵੀ ਇੱਕੋ ਜਿਹਾ ਕਰ ਦਿੱਤਾ, ਸਾਰਿਆਂ ਦਾ ਇੱਕੋ ਜਿਹਾ ਪਹਿਰਾਵਾ। ਜੀ ਜੀ ਇਹ ਨਹੀਂ ਹੈਗਾ ਵੀ ਇੱਕ ਬੰਦਾ ਸਿਲਕ ਦੇ ਕੱਪੜੇ ਪਾਊਗਾ ਤੇ ਦੂਜਾ ਇੱਕੋ ਜਿਹਾ ਰੰਗ ਦੇ ਦਿੱਤੇ, ਇੱਕੋ ਜਿਹਾ ਪਹਿਰਾਵਾ ਦਿੱਤਾ, ਇੱਕੋ ਜਿਹਾ ਸਾਰਾ ਕੁਝ ਦਿੱਤਾ, ਇੱਕੋ ਜਿਹਾ ਬਸਤਰ ਦੇ ਦਿੱਤੇ, ਇੱਕੋ ਜਿਹਾ 5 ਕਕਾਰ ਦਿੱਤੇ, ਇੱਕੋ ਜਿਹਾ ਅਸਤਰ ਸ਼ਸਤਰ ਦੇ ਦਿੱਤੇ, ਸਾਰਾ ਕੁਝ ਦਿੱਤਾ। ਸਤਿਗੁਰੂ ਨੇ ਜਦੋਂ ਉਹਨੂੰ ਇਹ ਗੱਲਾਂ ਸਮਝਾਈਆਂ ਤੇ ਜਿਹੜਾ ਸੀ ਨਾ ਜੱਟ ਸਾਹਿਬ ਜੀ ਦਾਦੂ ਦੁਆਰੇ ਦਾ ਮੁਖੀ, ਉਹ ਕਹਿੰਦਾ ਸਤਿਗੁਰੂ ਜੀ ਤੁਹਾਡੇ ਬਚਨ ਸੁਣ ਕੇ ਮੈਂ ਬੜਾ ਨਿਹਾਲ ਹੋਇਆ, ਔਰ ਮੈਂ ਮਹਿਸੂਸ ਕਰਦਾ ਮੇਰੀ ਵਿਦਵਤਾ ਜਿਹੜੀ ਸਾਰੀ ਦੀ ਸਾਰੀ ਮਹਿਸੂਸ ਕਰਦੀ ਆ ਹਾਂਜੀ ਕਿ ਜਿਹੜਾ ਤੁਹਾਡਾ ਮਾਰਗ ਹੈ ਨਾ ਜੀ ਜੀ ਉਹੀ ਦੇਸ਼ ਨੂੰ ਵੀ ਮੁਕਤੀ ਦਵਾ ਸਕਦਾ ਗੁਲਾਮੀ ਤੋਂ, ਜੀ ਤੇ ਤੁਹਾਡਾ ਮਾਰਗ ਦੇਸ਼ ਨੂੰ ਵੀ ਮੁਕਤੀ ਦਵਾ ਸਕਦਾ ਤੇ ਮਨੁੱਖ ਨੂੰ ਵੀ ਮੁਕਤੀ ਦਵਾ ਸਕਦਾ। ਹਾਂਜੀ ਹਾਂਜੀ ਜਿਹੜਾ ਦੇਸ਼ ਗੁਲਾਮ ਆ, ਜਿਸ ਦਾ ਮਨੁੱਖ ਗੁਲਾਮ ਆ, ਗੁਲਾਮ ਮਨੁੱਖਾਂ ਨੂੰ ਵੀ ਕਦੀ ਮੁਕਤੀ ਮਿਲਦੀ ਆ? ਜੀ ਜੇ ਬੰਦਾ ਚਾਹਵੇ ਕਿ ਮੈਂ ਹੁਣ ਤਾਂ ਗੁਲਾਮੀ ਕੱਟ ਲੂੰਗਾ ਤੇ ਮੈਂ ਮਰੇ ਤੋਂ ਬਾਅਦ ਮੁਕਤੀ ਮਿਲ ਜੂ, ਬਿਲਕੁਲ ਨਹੀਂ ਮਿਲਣੀ। ਹਾਂਜੀ ਜੋ ਕੁਛ ਤੁਸੀਂ ਇਸ ਜੀਉਂਦੇ ਜੀ। ਦੁਨੀਆ ਦੇ ਵਿੱਚ ਜੀਂਦੇ ਜੀ ਪ੍ਰਾਪਤ ਨਹੀਂ, ਉਹਨੂੰ ਭਗਤ ਨਾਮਦੇਵ ਦਾ ਸ਼ਾਇਦ ਸ਼ਬਦ ਹੈ ਗੁਰਬਾਣੀ ਦਾ ਯਾਦ ਆ ਗਿਆ, ਉਹ ਪ੍ਰਮਾਤਮਾ ਨੂੰ ਸੰਬੋਧਨ ਹੋ ਕੇ ਕਹਿੰਦੇ ਕਿ ਮੋਏ ਹੋਏ ਜੋ ਮੁਕਤ ਦਿਓਗੇ, ਜੀ ਜੀ ਮੁਕਤ ਨਾ ਜਾਣੇ ਕੋਈ ਨਾ। ਹਾਂਜੀ ਉਹ ਜੇ ਮੈਨੂੰ ਮਰੇ ਹੋਏ ਨਹੀਂ ਪ੍ਰਮਾਤਮਾ ਤੋਂ ਮੁਕਤੀ ਦੇਣੀ ਆ ਤੇ ਕਿਸੇ ਨੂੰ ਕੀ ਪਤਾ ਕਿ ਮੈਂ ਮੁਕਤ ਹੋਇਆ ਕਿ ਨਹੀਂ ਨਹੀਂ ਹੋਇਆ। ਹੋਇਆ, ਹਾਂਜੀ। ਜੇ ਮੁਕਤੀ ਦੇਣੀ ਤਾਂ ਹੁਣੇ ਦੇ, ਜੀ 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 ਇੱਥੇ ਦੱਸ ਦੁਨੀਆ ਨੂੰ ਪਤਾ ਲੱਗੇ, ਸਾਰਿਆਂ ਨੂੰ ਮੇਰੇ ਆਲੇ ਦੁਆਲੇ ਪਤਾ ਲੱਗੇ ਕਿ ਮੈਂ ਮੁਕਤ ਹਾਂ, ਮੈਂ ਜੀਵਨ ਮੁਕਤ ਹਾਂ। ਜੀ ਔਰ ਸਿੱਖ ਨੂੰ ਸਤਿਗੁਰੂ ਨੇ ਜੀਵਨ ਮੁਕਤ ਕੀਤਾ। ਸਤਿਗੁਰੂ ਇਹ ਗੱਲ ਲੈ ਕੇ ਤੁਰਦੇ, ਜੇ ਤੇਰਾ ਅੱਜ ਨਹੀਂ ਜੀ। ਠੀਕ ਤੇ ਤੇਰਾ ਕੱਲ ਠੀਕ ਨਹੀਂ ਹੋਣਾ, ਜੀ ਕਿਉਂਕਿ ਕਰਮ ਬੰਦੇ ਆ ਨਾ। ਹਾਂਜੀ ਹਾਂਜੀ ਜੋ ਕੁਛ ਤੂੰ ਅੱਜ ਆ ਤੂੰ ਇਸ ਕਰਕੇ ਆ ਕਿਉਂਕਿ ਤੂੰ ਕੱਲ ਜੋ ਕੁਛ ਕੀਤਾ ਸੀਗਾ ਸੀ ਉਹਦੇ ਕਰਕੇ ਤੂੰ ਅੱਜ ਆ। ਹਾਂਜੀ ਜੋ ਕੁਛ ਤੂੰ ਅੱਜ ਕਰ ਰਿਹਾ ਉਹਦੇ ਕਰਕੇ ਤੇਰਾ ਕੱਲ ਹੋਣਾ। ਹਾਂਜੀ ਜੀ ਇਸ ਕਰਕੇ ਜੇ ਤੂੰ ਅੱਜ ਸਵਾਰ ਲੈ, ਤੂੰ ਵਰਤਮਾਨ ਸਵਾਰ ਲਵੇਂ, ਜੀ ਜੀ ਜੇ ਵਰਤਮਾਨ ਵਾਲਾ ਛਿਨ ਫੜ ਲਵੇਂ ਤੇ ਫਿਰ ਤੂੰ ਆਪ ਵੀ ਮੁਕਤ ਜੀ ਤੇ ਫਿਰ ਤੁਸੀਂ ਦੇਸ਼ ਵੀ ਮੁਕਤ, ਤੇ ਖੁਸ਼ਹਾਲੀ ਆ ਜਾਊਗੀ। ਜਿਹੜਾ ਬੰਦਾ ਵਰਤਮਾਨ 'ਚ ਜੀਣਾ ਨਹੀਂ ਜਾਣਦਾ, ਆਪਾਂ ਕਹਿੰਦੇ ਜਿਸ ਪਲ 'ਚ ਹੈਗੇ ਉਸ ਪਲ 'ਚ ਜੀਓ। ਜਿਹੜਾ ਬੰਦਾ ਉਸ ਪਲ 'ਚ ਨਹੀਂ ਜੀਣਾ ਜਾਣਦਾ, ਉਹ ਸੰਸਿਆਂ 'ਚ ਸ਼ੰਕਿਆਂ 'ਚ ਗਲਤਾਨ ਹੋਇਆ ਰਹਿੰਦਾ, ਉਹਦੀ ਮੁਕਤੀ ਨਹੀਂ ਹੁੰਦੀ। ਤੇ ਫਿਰ ਜੈਦਾਸ ਇਹ ਗੱਲ ਸਮਝ ਗਿਆ ਜਦੋਂ ਹਾਂਜੀ ਮਹੰਤ, ਤੇ ਉਹਨੇ ਕਿਹਾ ਸਤਿਗੁਰੂ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ, ਮੈਨੂੰ ਵੀ ਅੰਮ੍ਰਿਤਧਾਰੀ ਬਣਾਓ, ਮੈਨੂੰ ਵੀ ਸ਼ਸਤਰਧਾਰੀ ਬਣਾਓ, ਮੇਰੇ ਵੀ ਸਾਰੇ ਭਰਮ ਤੁਸੀਂ ਨਾਸ਼ ਕਰ ਦਿੱਤੇ ਆ, ਮੈਨੂੰ ਵੀ ਮੁਕਤੀ ਚਾਹੀਦੀ ਤੇ ਮੈਂ ਚਾਹੁੰਦਾ ਮੇਰਾ ਦੇਸ਼ ਵੀ ਵਿਦੇਸ਼ੀ ਧਾਰਮੀਆਂ ਤੋਂ ਮੁਕਤ ਹੋਵੇ। ਤੇ ਉਹਨੇ ਫਿਰ ਸਤਿਗੁਰੂ ਦੇ ਮੂਹਰੇ ਬੇਨਤੀ ਕੀਤੀ ਜੀ ਤੇ ਨਾਲ ਹੀ ਬੇਨਤੀ ਕੀਤੀ ਸਤਿਗੁਰੂ ਜੀ ਕਿ ਦੇਖੋ ਇਦਾਂ ਕਰੋ, ਹੁਣ ਮੈਂ ਤੁਹਾਡੇ ਕੋਲ ਚੱਲ ਕੇ ਆਇਆ, ਤੁਹਾਡਾ ਬਣ ਗਿਆ ਜੀ ਜੀ ਤੇ ਮੇਰੇ ਤੇ ਕਿਰਪਾ ਕਰੋ, ਮੇਰੇ ਨਾ ਜਿਹੜਾ ਦਾਦੂ ਦੁਆਰਾ ਉੱਥੇ ਚਰਨ ਵੀ ਪਾਓ, ਠੀਕ ਹੈ। ਤੇ ਕੱਲ ਦਾ ਭੰਡਾਰਾ ਹਾਂਜੀ ਤੁਸੀਂ ਸਾਡੇ ਕੋਲ ਛਕਣਾ, ਕਿ ਅਸੀਂ ਲੰਗਰ ਕਹਿੰਦੇ ਆ, ਉਹ ਭੰਡਾਰਾ ਕਹਿੰਦੇ। ਹਾਂਜੀ ਤੁਸੀਂ ਕੱਲ ਦਾ ਭੰਡਾਰਾ ਜਿਹੜਾ ਮੇਰੇ ਕੋਲ ਛਕਣਾ ਆ। ਸਤਿਗੁਰੂ ਕਹਿੰਦੇ ਵੀ ਦੇਖ ਕੱਲ ਨੂੰ ਆਵਾਂਗੇ, ਹਾਂਜੀ ਕੱਲ ਸਵੇਰ ਦਾ ਦੀਵਾਨ ਵੀ ਉੱਥੇ ਲਾਵਾਂਗੇ, ਠੀਕ ਠੀਕ ਜਿੰਨੇ ਜਿੰਨੇ ਅੰਮ੍ਰਿਤ ਛਕਣਾ ਹੈ ਉਹ ਕੇਸੀ ਇਸ਼ਨਾਨ ਕਰ ਲਵੇ। ਜੀ ਜੀ ਕਕਾਰ ਅਸੀਂ ਦੇਾਂਗੇ ਆ ਕੇ, ਜੀ ਕਿਉਂਕਿ ਕਕਾਰ ਉਹਨਾਂ ਕੋਲ ਤਾਂ ਹੋਣੇ ਨਹੀਂ, ਹਾਂਜੀ ਹਾਂਜੀ ਕਕਾਰ ਦਿੱਤੇ ਜਾਣਗੇ ਉੱਥੇ ਸਾਰਾ ਕੁਝ। ਤੇ ਜਿੰਨੇ ਜਿੰਨੇ ਅੰਮ੍ਰਿਤ ਛਕਣਾ ਆ, ਜਿਹਨੇ ਖੰਡੇ ਦੀ ਪੌਲ ਲੈਣੀ, ਉਹ ਕੇਸੀ ਇਸ਼ਨਾਨ ਕਰ ਲਵੇ ਸਵੇਰੇ। ਜੀ ਤੇ ਸਾਰੇ ਜਣੇ ਕੇਸੀ ਇਸ਼ਨਾਨ ਕਰੇ, ਕਿਉਂਕਿ ਉਹਨਾਂ ਦੇ ਬਹੁਤਿਆਂ ਨੇ ਕੇਸ ਰੱਖੇ ਹੁੰਦੇ ਸੀ। ਹਾਂਜੀ 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 ਤੇ ਅਸੀਂ ਉੱਥੇ ਰਹਿਤ ਵੀ ਦੱਸਾਂਗੇ, ਕੱਲ ਦਾ ਦੀਵਾਨ ਲੱਗੂ, ਦੀਵਾਨ 'ਚ ਬੈਠ ਕੇ ਪਹਿਲਾਂ ਦੀਵਾਨ ਸੁਣਿਓ, ਰਹਿਤਾਂ ਦੱਸੀਆਂ ਜਾਣਗੀਆਂ, ਸਾਰਾ ਕੁਝ ਦੱਸਿਆ ਜਾਊਗਾ। ਅੰਮ੍ਰਿਤ ਤਿਆਰ ਹੋਏਗਾ ਪਹਿਲਾਂ ਤੇ ਫਿਰ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ। ਸਾਰੇ ਜਣੇ ਤੂੰ ਆਪਣੇ ਜਿਹੜੇ ਤੇਰੇ ਚੇਲੇ ਬਾਲ ਕੇ ਜਿਹੜੇ ਚਾਹੁੰਦੇ ਹੁਣ ਤੇਰੇ ਨਾਲ, ਹਾਂਜੀ ਕਿਉਂਕਿ ਨਾਲ ਆਏ ਸੀ ਸਾਰੇ ਸੁਣਦਾ ਜੀ, ਸੀਗੇ, ਜੀ, ਸਾਰੇ ਚਾਹੁੰਦੇ ਸੀ। ਨਾਲੇ ਜਦੋਂ ਜਿਹਨਾਂ ਦਾ ਇੱਕ ਤਰ੍ਹਾਂ ਦਾ ਮੁਰਸ਼ਿਦ ਹੀ ਚਲਾ ਗਿਆ ਜੀ ਤੇ ਉਹਨਾਂ ਵੀ ਤੇ ਜਾਣਾ ਸੀ ਨਾ ਵੀ ਆਹੀ ਰਸਤਾ ਸਹੀ ਆ। ਜੀ 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 ਤੇ ਉਹ ਕਹਿੰਦੇ ਵੀ ਸਤਿਗੁਰੂ ਕਹਿੰਦੇ ਸੀ ਕੱਲ ਨੂੰ ਆਵਾਂਗੇ। ਠੀਕ ਹੈ। ਦੇਖੋ ਪਹਿਲਾਂ ਜਦੋਂ ਸੀ ਸਤਿਗੁਰੂ ਹਾਂਜੀ ਉੱਥੇ ਸਤਿਗੁਰੂ ਨੇ ਦੀਵਾਨ ਆਪ ਲਾਇਆ ਸੀ। ਹਾਂਜੀ ਇੱਥੇ ਹੁਣ ਅੰਮ੍ਰਿਤ ਛਕਣ ਦੀ ਗੱਲ ਕਰ ਰਿਹਾ ਸਤਿਗੁਰੂ ਕਹਿੰਦੇ ਦੀਵਾਨ ਤੇਰੇ ਦਾਦੂ ਦੁਆਰੇ ਦੇ ਵਿੱਚ ਆ ਕੇ ਲਾਵਾਂਗੇ, ਉੱਥੇ ਆ ਕੇ ਦੀਵਾਨ ਲੱਗੇਗਾ। ਭੰਡਾਰਾ ਤੂੰ ਕਹਿੰਦਾ ਭੰਡਾਰਾ ਸਾਡੇ ਸਿੰਘ ਨਾਲ ਤੇਰੇ ਆ ਕੇ ਲੰਗਰ ਤਿਆਰ ਕਰਵਾਉਣਗੇ, ਭੰਡਾਰਾ ਵੀ ਤੇਰੇ ਕੋਲ ਛਕਿਆ ਜਾਊਗਾ, ਕਿਉਂਕਿ ਉਹਨਾਂ ਦਾ ਭੰਡਾਰਾ ਸ਼ਬਦ ਉਹਨਾਂ ਦਾ ਵਰਤਿਆ ਜਾਂਦਾ ਸੀ। ਤੂੰ ਆਪਣੇ ਲੰਗਰ ਦੀ ਤਿਆਰੀ ਲਈ ਵਸਤ ਜਿੰਨਾ ਹੋਗੀ ਸਾਡੇ ਸਿੰਘ ਆ ਕੇ ਤੇਰੇ ਨਾਲ ਮੱਤ ਕਰਨਗੇ, ਅਸੀਂ ਆਪਣੀ ਮਰਿਆਦਾ ਦੇ ਹਿਸਾਬ ਨਾਲ ਵੀ ਤਿਆਰ ਕਰਾਂਗੇ। ਸੋ ਭੰਡਾਰਾ ਵੀ ਤੇ ਕੋਈ ਛਕਾਂਗੇ, ਦੀਵਾਨ ਵੀ ਲਾਵਾਂਗੇ, ਅੰਮ੍ਰਿਤ ਸੰਚਾਰ ਵੀ ਹੋਏਗਾ। ਸੋ ਦੂਜੇ ਦਿਨ ਜੀ ਸਤਿਗੁਰੂ ਉੱਥੇ ਪਹੁੰਚੇ। ਹਾਂਜੀ ਦਾਦੂ ਦੁਆਰਾ ਸਾਰਾ ਦੇਖਿਆ ਘੁੰਮ ਕੇ, ਠੀਕ ਹੈ, ਦੀਵਾਨ ਲਾਇਆ, ਦੀਵਾਨ ਲਾ ਕੇ ਅੰਮ੍ਰਿਤ ਸੰਚਾਰ ਕੀਤਾ। ਜੈਦਾਸ ਨੇ ਅੰਮ੍ਰਿਤ ਵੀ ਛਕਿਆ। ਹਾਂਜੀ ਔਰ ਉਹ ਗੁਰੂ ਵਾਲਾ ਹੋਇਆ, ਨਿਹਾਲ 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 ਹੋਇਆ। ਤੇ ਮੈਂ ਕਿਹਾ ਸਮਾਂ ਹੋ ਗਿਆ, ਆਪਾਂ ਇੱਥੋਂ ਗੱਲ ਫੇਰ ਤੋਰਦੇ। ਹਾਂਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਤਿਗੁਰੂ ਜੀ ਨੇ ਮਹੰਤ ਜੈਦਾਸ ਨੂੰ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਬੜੇ ਤਰੀਕੇ ਨਾਲ ਸਮਝਾਇਆ ਕਿ ਜਿਹੜੀ ਅਹਿੰਸਾ ਅਸੀਂ ਵੀ ਨਹੀਂ ਚਾਹੁੰਦੇ, ਪਰ ਕਿੰਨਾ ਕੁ ਚਿਰ ਤੁਸੀਂ ਕਿਸੇ ਚੀਜ਼ ਦੇ ਗਾੜੀ ਲੰਮੇ ਪੈ ਸਕਦੇ ਹੋ, ਲਤਾੜਦੇ ਮਤਾੜਦੇ ਸਾਨੂੰ ਖੜੇ ਹੋਣਾ ਪੈਣਾ। ਸਤਿਗੁਰੂ ਜੀ ਦੀ ਇੱਕ ਵਡਿਆਈ ਸੀ, ਸਾਰੇ ਸੰਸਾਰ ਦੇ ਲੋਕਾਂ ਨੂੰ, ਬੜੇ ਕੁਚਲੇ ਲੋਕਾਂ ਨੂੰ ਉਹਨਾਂ ਨੇ ਏਕੇ ਵਿੱਚ ਪਰੋਇਆ ਤੇ ਇੱਕ ਇਨਸਾਨ ਦਾ ਰੂਪ ਦਿੱਤਾ ਕਿ ਤੁਹਾਨੂੰ ਇਨਸਾਨ ਬਣਾਇਆ, ਇਨਸਾਨ ਵਾਂਗੂ ਰਹਿਣਾ ਤੇ ਜੀਣਾ ਸਿੱਖੋ। ਪ੍ਰੋਗਰਾਮ ਕਰਦਿਆਂ ਹੋਈਆਂ ਗਲਤੀਆਂ ਦੀ ਤੁਹਾਡੇ ਕੋਲ ਮਾਫੀ ਮੰਗਦੇ ਹਾਂ। ਅਗਲੇ ਐਪੀਸੋਡ ਵਿੱਚ ਜਿੱਥੋਂ ਵਿਚਾਰ ਛੱਡੀ ਉੱਥੋਂ ਸ਼ੁਰੂਆਤ ਕਰਾਂਗੇ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
देश सेवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं।